ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਮੈਂ ਗੁਰਪ੍ਰੀਤ ਸੰਧਾਵਾਲੀਆ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਹੈ ਪ੍ਰਾਈਮ ਹੈਲਥ ਐਂਡ ਇਹਦੇ 'ਚ ਅਸੀਂ ਸਿਹਤ ਸੰਬੰਧੀ ਗੱਲਾਂ ਬਾਤਾਂ ਜਿਹੜੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ ਡਾਕਟਰ ਹਰਸ਼ਿੰਦਰ ਕੌਰ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਪ੍ਰਾਈਮ ਏਸ਼ੀਆ ਟੀਵੀ ਤੇ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਨੂੰ ਨਿੱਘੀ ਫਤਿਹ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਪ੍ਰਵਾਨ। ਪਰ ਗੱਲ ਇਹ ਆ ਕਿ ਵੀ ਜਿਹੜੀਆਂ ਬਿਮਾਰੀਆਂ ਨੇ ਉਹ ਹੌਲੀ ਹੌਲੀ ਇੰਨੀਆਂ ਕੁ ਜ਼ਿਆਦਾ ਹੋਣ ਲੱਗ ਪਈਆਂ ਕਿ ਬੰਦਾ ਸੋਚਦਾ ਕਿ ਖਾਈਏ ਤੇ ਖਾਈਏ ਕੀ। ਪਰ ਕਾਰਨ ਇਹ ਆ ਕਿ ਜੇ ਬਾਅਦ 'ਚ ਦਵਾਈਆਂ ਖਾਣੀਆਂ ਉਹਦੇ ਨਾਲੋਂ ਚੰਗਾ ਕਿ ਆਪਾਂ ਆਪਣਾ ਖਾਣ ਪਾਣ ਹੀ ਸੁਧਾਰ ਲਈਏ, ਉਹ ਜ਼ਿਆਦਾ ਵਧੀਆ ਆਈਡੀਆ ਨਹੀਂ? ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਤੇ ਅੱਜ ਤੇ ਮੈਂ ਨਾ ਸੱਚ ਪੁੱਛੋ ਤੇ ਮੈਂ ਆਪ ਬੜੀ ਹੈਰਾਨ ਹਾਂ ਜਿਸ ਵਿਸ਼ੇ ਤੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ। ਮੇਰੇ ਕੋਲ ਇੱਕ ਨਹੀਂ ਦੋ ਨਹੀਂ ਮੈਂ 5 ਜਰਨਲ ਲਈ ਬੈਠੀ ਹਾਂ, ਵੱਖੋ ਵੱਖਰੇ ਮੁਲਕਾਂ ਚੋਂ ਜਿਹੜੇ ਆਰਟੀਕਲਸ ਪਬਲਿਸ਼ ਹੋਏ ਨੇ। ਕਮਾਲ ਹੀ ਹੋਇਆ ਪਿਆ ਕਿ ਅਸੀਂ ਸ਼ਾਇਦ ਮੈਂ ਵੀ ਕਦੇ ਧਿਆਨ ਨਹੀਂ ਸੀ ਕੀਤਾ ਕਿ ਕਦੇ ਛੋਟੀ ਇਲਾਇਚੀ ਵਰਗੀ ਚੀਜ਼ ਦੇ ਵਿੱਚੋਂ ਵੀ ਕੋਈ ਇੰਨਾ ਕੁਛ ਕੱਢ ਸਕਦਾ ਹੈ ਜਾਂ ਇੰਨਾ ਕੁਛ ਮਿਲ ਸਕਦਾ ਹੈ। ਪਰ ਜਿਸ ਤਰੀਕੇ ਦੇ ਮੇਰੇ ਕੋਲ ਰਿਸਰਚ ਪੇਪਰ ਪਏ ਨੇ ਕਿ ਇਹਨੂੰ ਮਸਾਲਿਆਂ ਦੀ ਰਾਣੀ ਤੱਕ ਦਾ ਨਾਂ ਦੇ ਦਿੱਤਾ ਗਿਆ। ਈਸਾ ਮਸੀਹ ਤੋਂ 3000 ਸਾਲ ਪਹਿਲਾਂ ਤੋਂ ਸਮਝ ਲਓ ਇਹ ਮਿਲਦੀ ਪਈ ਛੋਟੀ ਇਲਾਇਚੀ। ਤੇ ਹੁਣ ਖੋਜਾਂ ਕਰਕੇ ਜਦੋਂ ਸਾਨੂੰ ਇਹਦੇ ਅਸਰ ਦਿਸ ਰਹੇ ਨੇ ਮੈਨੂੰ ਲੱਗਦਾ ਕਿ ਇਲਾਇਚੀ ਤੋਂ ਬਗੈਰ ਸ਼ਾਇਦ ਅਗਲਾ ਦਿਨ ਹੀ ਨਹੀਂ ਲੱਭਣਾ। ਜੇ ਕਹੋ ਇੱਕ ਸਿੰਪਲ ਜੀ ਆਮ ਜੀ ਗੱਲ ਤੋਂ, ਕਿਉਂਕਿ ਇਹ ਮੇਰਾ ਖਿਆਲ ਹੈ ਆਮ ਸਾਨੂੰ ਸਭ ਨੂੰ ਇੰਨਾ ਕੀ ਪਤਾ ਕਿ ਖੁਸ਼ਬੂ ਆਉਂਦੀ ਹੈ ਤੇ ਖੁਸ਼ਬੂ ਵੀ ਬਾਕਮਾਲ ਕਿ ਜਿਹੜੀ ਅਸੀਂ ਚਾਹ ਦੇ ਵਿੱਚ ਪਾ ਕੇ ਆਰਾਮ ਨਾਲ ਪੀ ਜਾਂਦੇ ਹਾਂ ਤੇ ਸਾਨੂੰ ਲੱਗਦਾ ਬਹੁਤ ਕਮਾਲ ਹੋ ਗਿਆ। ਅੱਗੇ ਪਿੱਛੇ ਸ਼ਾਇਦ ਕਿਸੇ ਨਾ ਕਿਸੇ ਡਿਸ਼ ਵਿੱਚ ਜ਼ਰੂਰ ਵਰਤੀ ਜਾਂਦੀ ਹੋਣੀ ਹੈ। ਇਸੇ ਲਈ ਆਮ ਤੌਰ ਤੇ ਜੋ ਕਿਉਂਕਿ ਮੂੰਹ ਨਾਲ ਰਿਲੇਟਡ ਗੱਲ ਸੀ, ਇਜਾਜ਼ਤ ਦਿਓ ਤੇ ਪਹਿਲਾਂ ਮੂੰਹ ਦੇ ਨਾਲ ਰਿਲੇਟਡ ਪਹਿਲੀ ਖੋਜ ਬਾਰੇ ਦੱਸਾਂ ਤਾਂ ਉਸ ਤੋਂ ਬਾਅਦ ਦੀਆਂ ਖੋਜਾਂ ਜਿਵੇਂ ਜਿਵੇਂ ਪਰਤਾਂ ਖੁੱਲਣਗੀਆਂ ਲੱਗੇਗਾ ਕਿ ਅੱਛਾ ਇੰਨੀ ਕਮਾਲ ਦੀ ਚੀਜ਼ ਹੈ। ਨਹੀਂ ਜੀ ਬਿਲਕੁਲ ਬਿਲਕੁਲ, ਆਪਾਂ ਸ਼ੁਰੂ ਕਰੀਏ ਜੀ। ਛੋਟੀ ਇਲਾਚੀ ਤੇ ਬੰਦਾ ਫੈਨ ਹੈ ਜੀ। ਇਲਾਚੀ ਵਾਲੀ ਚਾਹ ਮੈਨੂੰ ਯਾਦ ਆ ਗਈ ਤੁਹਾਡੇ ਨਾਲ ਗੱਲਾਂ ਕਰਦਿਆਂ ਪ੍ਰੋਗਰਾਮ ਤੋਂ ਬਾਅਦ ਪੀਣਾ ਜੀ ਮੈਂ। ਬਿਲਕੁਲ। ਪਰ ਇੱਕ ਜ਼ਰੂਰ ਮੈਂ ਪ੍ਰੋਮਿਸ ਲੈਣਾ ਚਾਹੁੰਦੀ ਹਾਂ ਕਿ ਇਸ ਪ੍ਰੋਗਰਾਮ ਤੋਂ ਬਾਅਦ ਮੈਨੂੰ ਵੀ ਫਿਰ ਇਲਾਇਚੀ ਵਾਲੀ ਚਾਹ ਜ਼ਰੂਰ ਦਿੱਤੀ ਜਾਏਗੀ, ਕਿਉਂਕਿ ਖੋਜ ਹੀ ਇੰਨੀ ਜ਼ਬਰਦਸਤ ਹੈ। ਮੈਨੂੰ ਲੱਗਦਾ ਕਿ ਕੋਈ ਇਸ ਪ੍ਰੋਗਰਾਮ ਤੋਂ ਬਾਅਦ ਰਹਿ ਹੀ ਨਹੀਂ ਸਕਣਾ ਕਿ ਭਾਈ ਇਲਾਇਚੀ ਤੋਂ ਬਗੈਰ ਵੀ ਕਦੇ ਚਾਹ ਪੀਣੀ ਹੈ। ਦੇਖੋ ਸਭ ਤੋਂ ਪਹਿਲਾਂ ਮੈਂ ਜਰਨਲ ਲੈ ਰਹੀ ਹਾਂ ਡੈਂਟਲ ਰਿਸਰਚ ਜਰਨਲ ਜਿਸ ਦੇ ਵਿੱਚ ਇੱਕ ਖਬਰ ਛਪੀ ਜਿੱਥੋਂ ਮੈਂ ਦਰਅਸਲ ਇਸ ਪੱਖ ਵੱਲ ਖਿੱਚੀ ਗਈ ਕਿ ਇਹਦੇ ਵਿੱਚ ਹੋਰ ਵੀ ਕੀ ਚੀਜ਼ਾਂ ਨੇ। ਇੰਨਾ ਕੁਛ ਕਿਉਂਕਿ ਉਹਨਾਂ ਨੇ ਲਿਖਿਆ ਕਿ ਇਹਦੇ ਬੀਜਾਂ ਚੋਂ ਜਿਹੜੇ ਤੇਲ ਨਿਕਲੇ, ਟਰਪੈਂਟਾਈਨ, ਐਸਟਰ, ਫਲੇਵੋਨੋਇਡ ਤੇ ਉਹਨਾਂ ਨੇ ਜੋ ਲਿਖਿਆ ਸਿਨਿਓਲ ਹੈ ਇਹਦੇ ਵਿੱਚ, ਜੋ ਇਲਾਇਚੀ ਦਾ ਤੇਲ ਜਿਹਦੇ ਉੱਤੇ ਇਹ ਖੋਜ ਕੀਤੀ ਗਈ। ਉਹਨਾਂ ਕਿਹਾ ਕੁਦਰਤੀ ਗੁਣਾਂ ਨਾਲ ਭਰਪੂਰ ਹੈ, ਕੀਟਾਣੂ ਮਾਰਦਾ। ਸੋ ਇਸ ਪੱਖੋਂ ਪਹਿਲੀ ਜਦੋਂ ਉਹਨਾਂ ਨੇ ਸ਼ੁਰੂ ਕੀਤੀ ਗਈ ਖੋਜ ਲੈਬੋਰੇਟਰੀ ਦੇ ਵਿੱਚ, ਉਹਨਾਂ ਨੇ ਇਸੇ ਤੇਲ ਦੇ ਨਾਲ ਜਦੋਂ ਟੈਸਟ ਕੀਤਾ ਗਿਆ ਤੇ ਜਿਹੜੇ ਮੂੰਹ ਅੰਦਰਲੇ ਕੀਟਾਣੂ ਹੁੰਦੇ ਨੇ ਜਿਨ੍ਹਾਂ ਵਿੱਚ ਸਟ੍ਰੈਪਟੋਕੋਕਸ ਮਿਊਟੈਂਟਸ ਤੇ ਕੈਂਡੀਡਾ ਯਾਨੀ ਉੱਲੀ ਵਾਲੇ ਵੀ, ਉਹਨਾਂ ਦੇ ਉੱਤੇ ਜਦੋਂ ਖੋਜ ਕੀਤੀ ਗਈ ਤਾਂ ਵੇਖਿਆ ਗਿਆ ਕਿ ਉਹ ਸਾਰੇ ਦੇ ਸਾਰੇ ਆਲਮੋਸਟ ਕਲੀਨ ਹੋ ਗਏ, ਕੁਝ ਵੀ ਨਹੀਂ ਰਿਹਾ। ਸੋ ਇਹ ਲੈਬੋਰੇਟਰੀ ਦੀ ਕਿਉਂਕਿ ਖੋਜ ਸੀ, ਉਸ ਤੋਂ ਬਾਅਦ ਇਹ ਇਨਸਾਨਾਂ ਉੱਤੇ ਵੀ ਕੀਤੀ ਗਈ ਤੇ ਸਿਮਿਲਰ ਰਿਜ਼ਲਟਸ ਆਏ। ਤੇ ਉਹਨਾਂ ਨੇ ਸਗੋਂ ਨਾ ਸਿਰਫ ਮੂੰਹ ਅੰਦਰਲੀ ਬਦਬੂ ਤੇ ਇਹ ਸਾਰਾ ਕੁਛ ਕੀਟਾਣੂ ਸਾਫ਼ ਕਰਨ ਦੇ ਨਾਲ ਨਾਲ ਬੜੀ ਮਜ਼ੇਦਾਰ ਖੋਜ ਉਹਨਾਂ ਨੇ ਇਹ ਵੀ ਲਿਖੀ ਕਿ ਜਿਹੜੇ ਸਿਗਰਟ ਪੀਣੀ ਛੱਡਣੇ ਚਾਹੁੰਦੇ ਹੋਣ ਉਹਦੀ ਜਗ੍ਹਾ ਤੇ ਆਮ ਯਾਨੀ ਨਿਕੋਟੀਨ ਤੋਂ ਜਿਹਨੇ ਬਚਾਅ ਕਰਨਾ, ਉਹਨਾਂ ਨੇ ਕਿਹਾ ਕਿ ਇਸ ਲੱਤ ਤੋਂ ਬਚਾਉਣ ਲਈ ਦਵਾਈਆਂ ਨੇ, ਹੋਰ ਕਾਫੀ ਕੁਛ ਹੈ। ਪਰ ਲੱਕੀਲੀ ਜਦੋਂ ਉਹਨਾਂ ਨੇ ਕੁਝ ਅਜਿਹੇ ਮਰੀਜ਼ ਦੇਖੇ ਜਿਨ੍ਹਾਂ ਦੇ ਦੰਦਾਂ ਤੇ ਸਿਗਰਟ ਦੇ ਦਾਗ ਪੈ ਚੁੱਕੇ ਸਨ ਤੇ ਉਹ ਸਿਗਰਟ ਛੱਡਣੀ ਚਾਹੁੰਦੇ ਸਨ, ਆਏ ਡੈਂਟਿਸਟ ਦੇ ਕੋਲ ਗੱਲ ਵੈਸੇ ਹੀ ਕੀਤੀ। ਉਹਨਾਂ ਨੇ ਵੀ ਕਿਹਾ ਜੇ ਦਾਗਾਂ ਤੋਂ ਬਚਣਾ ਤੁਹਾਨੂੰ ਛੱਡਣੀ ਪੈਣੀ ਹੈ। ਤੇ ਕਿਸੇ ਡੈਂਟਿਸਟ ਨੇ ਵੈਸੇ ਹੀ ਉਹਨੂੰ ਕਹਿ ਦਿੱਤਾ ਕਿ ਛੋਟੀ ਇਲਾਇਚੀ ਵਰਤ ਕੇ ਦੇਖ ਲਓ, ਤੁਹਾਡੇ ਮੂੰਹ 'ਚੋਂ ਸਮੈਲ ਤੇ ਘੱਟੋ ਘੱਟ ਹਟੇਗੀ, ਬਾਕੀ ਇਲਾਜ ਫਿਰ ਕਰਿਓ। ਵੇਖਣ ਵਿੱਚ ਆਇਆ ਕਿ ਉਸਨੇ ਹੌਲੀ ਹੌਲੀ ਸਿਗਰਟ ਪੀਣੀ ਉਸੇ ਨਾਲ ਹੀ ਛੱਡ ਦਿੱਤੀ। ਸੋ ਇਸੇ ਉੱਤੇ ਹੀ ਖੋਜ ਅੱਗੋਂ ਆਰੰਭੀ ਗਈ। ਹੋਰ ਕਈ ਇਹੋ ਜਿਹੇ ਮਰੀਜ਼ਾਂ ਨੂੰ ਦੇਣ ਦੀ ਜਦੋਂ ਉਹਨਾਂ ਨੇ ਦਿੱਤੀ ਗਈ, ਦੇਖਿਆ ਹਰ ਇੱਕ ਦੇ ਵਿੱਚ ਹੀ ਲਗਭਗ ਇੱਕੋ ਜਿਹੇ ਅਸਰ ਸਨ ਕਿ ਹਰ ਇੱਕ ਨੂੰ ਇਸ ਨਿਕੋਟੀਨ ਤੋਂ ਨਿਜਾਤ ਪਾਉਣ ਲਈ
ਛੋਟੀ ਇਲਾਇਚੀ ਵਿਚਲੇ ਖਾਸ ਤੌਰ ਤੇ ਜੋ ਮੈਂ ਦੱਸਿਆ ਸਿਨਿਓਲ, ਉਹਦਾ ਖਾਸ ਜੋ ਇਲਾਇਚੀ ਦਾ ਤੇਲ ਹੈ, ਉਹਦੇ ਵਿਚਲੇ ਕਮਾਲ ਦੇ ਅਸਰ ਵਿਖੇ ਕਿ ਉਹ ਜਿਹੜੀ ਲਾਗ ਦੀ ਲਗਭਗ ਬਿਮਾਰੀ ਆਦਤ ਜੋ ਪੈ ਚੁੱਕੀ ਸੀ, ਉਸ ਆਦਤ ਨੂੰ ਛੁਡਾਉਣ ਵਿੱਚ ਬੜਾ ਕਮਾਲ ਦਾ ਰੋਲ ਲੱਭਿਆ। ਹੁਣ ਉਸ ਤੋਂ ਬਾਅਦ ਉਹਨਾਂ ਨੇ ਕਰਨਾਟਕ ਵਿੱਚ ਹੁਣ ਇੱਕ ਮੈਡੀਕਲ ਕਾਲਜ ਵਿੱਚ ਇਹੀ ਖੋਜ ਲੰਬੀ ਕਿ ਜਿਨ੍ਹਾਂ ਦੀਆਂ ਖੋੜਾਂ ਸਨ ਦੰਦਾਂ ਦੇ ਵਿੱਚ, ਉਹਦੇ ਲਈ ਉਹਨਾਂ ਨੇ ਰੋਕਣ ਵਾਸਤੇ ਇਹਨੂੰ ਅਜ਼ਮਾਇਆ। ਤੇ ਹੁਣ ਕਾਰਨ ਦੇਖੋ ਕਮਾਲ ਦਾ ਲੱਭਿਆ ਕਿ ਇਲਾਇਚੀ ਖਾਣ ਨਾਲ ਮੂੰਹ ਅੰਦਰ ਉਹਨਾਂ ਨੇ ਕਿਹਾ ਕਿ ਥੁੱਕ ਜ਼ਿਆਦਾ ਬਣਨ ਲੱਗ ਜਾਂਦੀ ਹੈ। ਸਲਾਈਵਾ ਵਧਣ ਕਾਰਨ ਉਹਨਾਂ ਵਿੱਚ ਜੋ ਦੰਦਾਂ ਵਿੱਚ ਫਸਿਆ ਗੰਦ ਸੀ ਉਹ ਸਾਫ਼ ਹੋ ਜਾਂਦਾ ਸੀ। ਤੇ ਦੇਖਣ ਵਿੱਚ ਆਇਆ ਕਿ ਖੋੜਾਂ ਹੋਣ ਤੋਂ ਬਚਾਓ ਵਿੱਚ ਵੀ ਇਲਾਇਚੀ ਦਾ ਬਾ ਕਮਾਲ ਰੋਲ ਲੱਭਿਆ। ਹੁਣ ਇਸ ਤੋਂ ਅੱਗੇ ਜਿਹੜੀ ਖੋਜਾਂ ਜਦੋਂ ਮੈਂ ਝਾਕਣੀਆਂ ਸ਼ੁਰੂ ਕੀਤੀਆਂ ਕਿ ਕੁਝ ਹੋਰ ਵੀ ਲੱਭੀਏ, ਤਾਂ ਐਮਸਟਰਡੈਮ ਵਿੱਚ ਹੋਈ ਇੱਕ ਰਿਸਰਚ ਪੇਪਰ ਸਾਹਮਣੇ ਆਇਆ। ਐਮਸਟਰਡੈਮ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਖੋਜਾਂ ਦੇ ਨਿਚੋੜ ਤੋਂ ਬਾਅਦ ਕਿਹਾ ਇਹ ਮਸਾਲਿਆਂ ਦੀ ਰਾਣੀ ਹੈ। ਕਿਉਂ? ਕਿਉਂਕਿ ਉਹਨਾਂ ਨੇ ਕਿਹਾ ਜਦੋਂ ਤੋਂ ਧਰਤੀ ਤੇ ਮਨੁੱਖ ਪੈਦਾ ਹੋਇਆ, ਅਸੀਂ ਜਿੰਨੀਆਂ ਕੁ ਖੋਜਾਂ ਅੱਜ ਕਰ ਰਹੇ ਹਾਂ, ਇਲਾਇਚੀ ਦੀ ਹੋਂਦ ਉਦੋਂ ਤੋਂ ਹੈ। ਹੁਣ ਉਹਨਾਂ ਨੇ ਕਿਹਾ ਕਿ ਉਹਨਾਂ ਸਮਿਆਂ ਵਿੱਚ ਕਿਹੜੇ-ਕਿਹੜੇ ਰੋਗਾਂ ਤੇ ਵਰਤੀ ਜਾਂਦੀ ਸੀ, ਪਹਿਲਾਂ ਉਹਨਾਂ ਨੂੰ ਚੁੱਕੀਏ, ਫਿਰ ਉਹਨਾਂ ਦੇ ਉੱਤੇ ਰਿਸਰਚ ਕਰੀਏ। ਤਾਂ ਉਹਨਾਂ ਨੇ ਦੇਖਿਆ ਫੈਟੀ ਲਿਵਰ ਦੇ ਪੇਸ਼ੈਂਟਸ ਤੇ, ਸ਼ੱਕਰ ਰੋਗ ਤੇ, ਕੋਲੈਸਟਰੋਲ ਘਟਾਉਣ ਤੇ, ਯਾਨੀ ਇਹ ਸਾਰੇ ਰਿਸਰਚ ਪੇਪਰਸ ਜੋ ਸਨ ਇਹ ਉਸ ਦੇ ਉੱਤੇ ਵਰਤੇ ਗਏ, ਜਿਹਦੇ ਵਿੱਚ ਅੰਦਾਜ਼ਾ ਨਾ ਹੋਏ ਤਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਝਾਤ ਮਰਵਾਵਾਂ ਕਿ ਇਸ ਵੇਲੇ ਇਲਾਇਚੀ ਤੋਂ ਬਣੇ ਪਦਾਰਥਾਂ ਦੀ, ਕਿਉਂਕਿ ਜਦੋਂ ਐਮਸਟਰਡੈਮ ਤੋਂ ਇਹ ਰਿਸਰਚ ਨਿਕਲੀ ਇਹੋ ਜਿਹੇ ਰੋਗਾਂ ਦੇ ਬਾਰੇ, ਜੋ ਕਿ ਮੈਂ ਇੱਕ ਚੀਜ਼ ਦੀ ਡਿਟੇਲ ਦੱਸਾਂਗੀ, ਅੰਦਾਜ਼ਾ ਲਾ ਲਓ ਕਿ ਦੁਨੀਆ ਭਰ ਵਿੱਚ, ਮੈਂ ਸਨ 2017 ਦੀ ਸਿਰਫ ਦੱਸਣ ਲੱਗੀ ਹਾਂ, ਜੋ ਕਿ ਮੇਰੇ ਕੋਲ ਉਹ ਵੀ ਪਬਲਿਸ਼ਡ ਰਿਪੋਰਟ ਹੈ ਕਿ ਅਪ੍ਰੈਲ ਤੋਂ ਦਸੰਬਰ, ਸਿਰਫ 2017 ਦੇ ਅਪ੍ਰੈਲ ਤੋਂ ਦਸੰਬਰ ਤੱਕ 4180 ਟਨ ਇਲਾਇਚੀ ਭਾਰਤ ਤੋਂ ਬਾਹਰ ਭੇਜੀ ਗਈ। ਅੰਦਾਜ਼ਾ ਲਾ ਲਓ ਸਿਰਫ ਇੱਕ ਐਮਸਟਰਡਮ ਦੀ ਰਿਸਰਚ ਉੱਤੇ, ਜਿਹੜੀ ਲਗਭਗ 456 ਕਰੋੜ ਦੀ ਸੀ। ਹੁਣ ਇਹ ਮੰਗ 2016 ਵਿੱਚ 2910 ਟਨ ਸੀ, ਜੋ ਕਿ 297 ਜਾਂ 98 ਕਰੋੜ ਦੀ ਸੀ। ਹੁਣ ਜਾਣਨਾ ਚਾਹੋਗੇ 2020 ਵਿੱਚ ਇਹਦੀ ਕਿੱਥੇ ਗਈ ਸੀ? ਇਹਦੀ ਮੰਗ 6800 ਟਨ। ਤੇ 2021 ਦਾ ਸਮਾਂ ਦੇਖ ਲਓ, ਅਜੇ 6 ਮਹੀਨੇ ਲੰਘੇ ਜੇ, ਤੇ ਪਤਾ ਜੇ ਹੁਣ ਤੱਕ ਕਿੰਨੀ ਹੈ? 5500 ਟਨ ਆਲਰੇਡੀ ਇਹ ਜਾ ਚੁੱਕੀ ਹੈ। ਅੰਦਾਜ਼ਾ ਲਾ ਲਓ ਕਿ ਅੱਗੋਂ ਅਜੇ ਆਉਣ ਵਾਲੇ ਸਮੇਂ 'ਚ ਕੀ ਹੋਣ ਲੱਗਾ, ਤੇ ਕੀ ਅਸੀਂ ਰਿਸਰਚ ਜਿਸ ਦੀ ਗੱਲ ਕਰ ਰਹੇ ਹਾਂ ਕਿਸ ਤਰੀਕੇ ਇਹ ਅਸਰ ਕਰਨ ਵਾਲੀ ਹੈ, ਕੁਝ ਹੋਰ ਖੋਜਾਂ ਤੇ ਧਿਆਨ ਕਰਦੇ ਹਾਂ। ਜੀ ਦੇਖੋ, ਜੋ ਸਾਡੇ ਕੋਲ ਵਾਈਕਿੰਗ ਲੋਕਾਂ ਨੇ ਇਹਨੂੰ ਸਕੈਂਡੀਨੇਵੀਆ ਲਿਜਾ ਕੇ, ਜੋ ਜ਼ਿਕਰ ਮਿਲਦਾ ਜੇ ਕਿ 1000 ਸਾਲ ਪਹਿਲਾਂ ਉਹਨਾਂ ਨੇ ਸ਼ੁਰੂ ਕੀਤਾ ਸੀ, ਉਦੋਂ ਜੋ ਉਹਨਾਂ ਨੇ ਫਾਇਦੇ ਲੱਭੇ, ਉਦੋਂ ਤੋਂ ਲੈ ਕੇ ਹੁਣ ਤੱਕ ਦੀ ਰਿਸਰਚ ਵਿੱਚ ਇੰਨਾ ਲੰਮੇ ਸਮੇਂ ਵਿੱਚ ਜੋ ਹੋਈਆਂ, ਇੰਨਾ ਕੁ ਪਤਾ ਲੱਗ ਚੁੱਕਿਆ ਕਿ ਅਦਰਕ ਦੀ ਹੀ ਇਹ ਕਿਸਮ ਇੱਕ ਤਰ੍ਹਾਂ ਦੀ ਉਹਦੀ ਟੱਬਰ ਦੀ ਕਿਸਮ ਹੈ। ਸੋ ਇਹਨੂੰ ਆਮ ਤੌਰ ਤੇ ਜਦੋਂ ਪਹਿਲਾਂ ਪੁਰਾਣੇ ਲੋਕ ਜਦੋਂ ਵਰਤਦੇ ਸਨ, ਉਦੋਂ ਦੱਖਣੀ ਭਾਰਤ ਦੇ ਦੱਖਣੀ ਜੰਗਲਾਂ ਦੇ ਵਿੱਚ ਇਹਦੇ ਜੰਗਲੀ ਬੂਟੇ ਹੀ ਸਨ ਜਦੋਂ ਇਹ ਸ਼ੁਰੂ ਕੀਤੀ ਗਈ, ਤੇ ਉਦੋਂ ਜਦੋਂ ਇਹ ਵਰਤੀ ਜਾਂਦੀ ਸੀ ਸਿਰਫ ਖੁਸ਼ਬੂ ਦੇ ਕਾਰਨ। ਅਸੀਂ ਸਮਝ ਸਕਦੇ ਹਾਂ ਕਿ ਇਹਦੀ ਦੂਰ ਦੂਰ ਤੱਕ ਜਦੋਂ ਛੋਟੀ ਇਲਾਇਚੀ ਦੀ ਹੋਵੇ ਖੁਸ਼ਬੂ ਆਉਂਦੀ ਹੈ। ਸੋ ਉਦੋਂ ਇਹਨੂੰ ਸਿਰਫ ਖੁਸ਼ਬੂ ਦੀ ਤੌਰ ਤੇ ਵਰਤਿਆ ਜਾਂਦਾ ਰਿਹਾ, ਜੋ ਕਿ ਅੱਜ ਦੇ ਦਿਨ ਜਿਵੇਂ ਇੰਨੇ ਟਨਾਂ ਦੇ ਹਿਸਾਬ ਨਾਲ ਜਾ ਰਹੀ ਹੈ, ਜੋ ਕਿ ਬਹੁਤ ਸਾਰੀਆਂ ਦਵਾਈਆਂ 'ਚ ਤਾਂ ਵਰਤੋਂ ਹੈ ਹੀ, ਪਰ ਤੁਸੀਂ ਸਾਬਣ 'ਚ ਦੇਖ ਲਓ, ਪਰਫਿਊਮਸ ਵਿੱਚ ਦੇਖ ਲਓ, ਰੂਮ ਸਪਰੇਜ਼ ਵਿੱਚ, ਫਰੈਸ਼ਨਰਸ ਵਿੱਚ, ਅਨੇਕ ਥਾਵਾਂ ਤੇ ਵਰਤਿਆ ਜਾ ਰਿਹਾ ਹੈ। ਹੁਣ ਜਿਹੜੀ ਇੱਕ ਹੋਰ ਕਲਕੱਤੇ ਦੇ ਨੈਸ਼ਨਲ ਚਿਤਰੰਜਨ ਕੈਂਸਰ ਇੰਸਟੀਚਿਊਟ ਦੀ ਜ਼ਰੂਰ ਮੈਂ ਤੁਹਾਨੂੰ ਖੋਜ ਦੱਸਣਾ ਚਾਹੁੰਦੀ ਹਾਂ, ਜਿਹਦੇ ਵਿੱਚ ਜੋ ਚੀਜ਼ ਵਾਪਰੀ, ਮੈਂ ਤੁਹਾਨੂੰ ਇਨ ਬਿਨ ਅੱਜ ਦੇ ਦਿਨ, ਜੋ ਕਿ ਕੋਵਿਡ ਦੇ ਦੌਰਾਨ ਵੀ ਉਸ ਹਾਲ ਵਿੱਚ ਕੁਝ ਗਏ ਸਨ ਮਰੀਜ਼, ਉਹਨਾਂ ਤੇ ਅਸੀਂ ਇਹ ਟਰਾਇਲ ਕੀਤੀ ਹੈ, ਬਾ ਕਮਾਲ ਅਸਰ ਦਿਸਿਆ। ਤੇ ਮੈਂ ਚਾਹੁੰਦੀ ਹਾਂ ਇਸ ਪ੍ਰੋਗਰਾਮ ਤੋਂ ਬਾਅਦ ਜਿਹਨੂੰ ਰੱਤੀ ਮਾਸਾ ਵੀ ਕੁਝ ਉਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੋਏਗਾ, ਉਸ ਤਰ੍ਹਾਂ ਦੀ ਹਾਲਾਤ ਵਿੱਚ ਜਾ ਰਹੇ ਹੋਣਗੇ, ਇਸ ਪ੍ਰੋਗਰਾਮ ਤੋਂ 1 ਘੰਟੇ ਦੇ ਅੰਦਰ ਅੰਦਰ ਬਹੁਤ ਬਿਹਤਰ ਮਹਿਸੂਸ ਕਰਨਗੇ। ਕਿਉਂਕਿ ਕਲਕੱਤੇ ਵਿੱਚ ਉਹਨਾਂ ਨੇ ਕੀ ਕੀਤਾ,
ਇਹ ਨੈਸ਼ਨਲ ਚਿਤਰੰਜਨ ਕੈਂਸਰ ਇੰਸਟੀਚਿਊਟ ਸੀ, ਜਿਹਦੇ ਵਿੱਚ ਜਿਵੇਂ ਮੈਂ ਦੱਸਿਆ ਬਹੁਤੀਆਂ ਖੋਜਾਂ ਦਰਅਸਲ ਵੈਸੇ ਹੀ ਲੱਭ ਗਈਆਂ ਕਿਉਂਕਿ ਉਹਨਾਂ ਦੇ ਬਾਰੇ ਗਿਆਨ ਨਹੀਂ ਸੀ। ਹੁਣ ਕੀਤਾ ਕੀ ਉਹਨਾਂ ਨੇ, ਕੈਂਸਰ ਨਾਲ ਜੂਝਦੇ ਮਰੀਜ਼ ਸਨ ਜਿਨ੍ਹਾਂ ਦੇ ਅੰਦਰ ਢਹਿੰਦੀ ਕਲਾ ਕਾਫੀ ਹੋ ਜਾਂਦੀ ਹੈ। ਬਹੁਤ ਵਿਰਲੇ ਹੁੰਦੇ ਨੇ ਜਿਹੜੇ ਉਸ ਸਮੇਂ ਨੂੰ ਵੀ ਜਰ ਸਕਦੇ ਹੋਣ। ਜਦੋਂ ਪਤਾ ਹੋਏ ਮੌਤ ਸਾਹਮਣੇ ਹੈ ਤਾਂ ਬਹੁਤ ਜਣੇ ਡਰ ਵੀ ਜਾਂਦੇ ਨੇ, ਜੋ ਕਿ ਅਸੀਂ ਇਨਸਾਨ ਆ। ਮੈਨੂੰ ਲੱਗਦਾ ਹੈ ਕਿ ਸਾਡੇ ਅੰਦਰਲੀ ਹਿੰਮਤ ਜੇ ਨਾ ਉਜਾਗਰ ਕੀਤੀ ਜਾਏ ਤਾਂ ਅਸੀਂ ਸਗੋਂ ਡਰ ਨਾਲ ਛੇਤੀ ਮਰ ਜਾਂਦੇ ਹਾਂ ਬਜਾਏ ਕਿ ਬਿਮਾਰੀ ਦੇ ਨਾਲੋਂ। ਸੋ ਉਹ ਹੋਇਆ ਕਿ ਇਸੇ ਤਰ੍ਹਾਂ ਇੱਕ ਸਾਈਕੈਟਰਿਸਟ ਜੋ ਉੱਥੇ ਡੀਲ ਕਰ ਰਹੇ ਸਨ, ਉਹਨਾਂ ਨੇ ਕਮਰੇ 'ਚ ਇਸੇ ਤਰ੍ਹਾਂ ਉਹਨਾਂ ਸਾਰੇ ਜਿੱਥੇ ਮਰੀਜ਼ ਦਾਖਲ ਸਨ ਕੈਂਸਰ ਦੇ, ਸਭ ਢਹਿੰਦੀ ਕਲਾ ਵਿੱਚ ਬੈਠੇ ਸਨ, ਅਤੇ ਉਹਨਾਂ ਨੇ ਨੋਟ ਕੀਤਾ ਕਿ ਉਸ ਸਾਰੇ ਗਰੁੱਪ ਵਿੱਚੋਂ ਇੱਕ ਚਾਹ ਬੜੀ ਖੁਸ਼ਬੂਦਾਰ ਉਹਨਾਂ ਨੂੰ ਇਲਾਇਚੀ ਵਾਲੀ ਇੱਕ ਜਣਾ ਪੀ ਰਹੇ ਸਨ, ਜੋ ਕਿ ਉਹਨਾਂ ਨੇ ਪਹਿਲੇ ਇੱਕ ਦਿਨ ਪਹਿਲਾਂ ਵੀ ਰਾਊਂਡ ਵਿੱਚ ਦੇਖਿਆ, ਢਹਿੰਦੀ ਕਲਾ ਵਿੱਚ ਸਨ। ਉਹਨਾਂ ਦੇਖਿਆ ਕਿ ਜਦੋਂ ਇਹ ਮਰੀਜ਼ ਚਾਹ ਪੀਣ ਤੋਂ ਬਾਅਦ ਕੁਛ 15-20 ਮਿੰਟ ਬਾਅਦ ਉਹਨਾਂ ਦੇਖਿਆ ਕਿ ਉਹਦੇ ਚਿਹਰੇ 'ਤੇ ਰਤੀਕ ਮੁਸਕਾਨ ਸੀ। ਉਹਨਾਂ ਨੂੰ ਸਮਝ ਉਸ ਸਮੇਂ ਤਾਂ ਨਹੀਂ ਆਈ ਕਿ ਕੀ ਹੋਇਆ, ਬਸ ਅਗਲੇ ਦਿਨ ਬਾਈ ਚਾਂਸ ਫਿਰ ਉਸੇ ਹੀ ਵੇਲੇ ਜਦੋਂ ਇੰਜ ਰਾਊਂਡ ਕੀਤਾ ਉਹਨਾਂ ਦੇਖਿਆ ਫਿਰ ਉਸੇ ਤਰ੍ਹਾਂ ਹੀ ਉਹ ਇੱਕ ਮਰੀਜ਼ ਚਾਹ ਪੀ ਰਿਹਾ ਸੀ, ਉਹਦੇ ਚਿਹਰੇ 'ਤੇ ਫਿਰ ਇਸੇ ਤਰ੍ਹਾਂ ਹੀ ਉਹਨਾਂ ਨੇ ਤਬਦੀਲੀ ਵੇਖੀ। ਵੀ ਗੱਲ ਕਰਨ ਲੱਗੇ ਤਾਂ ਉਹ ਓਨੀ ਢਹਿੰਦੀ ਕਲਾ ਵਿੱਚ ਨਹੀਂ ਸੀ। ਤਾਂ ਵੈਸੇ ਹੀ ਬੈਠੇ ਉਹਨਾਂ ਨੂੰ ਖਿਆਲ ਆਇਆ ਕਿ ਇਹਨੇ ਬਾਕੀਆਂ ਨਾਲੋਂ ਕੀ ਵੱਖ ਕੀਤਾ ਜਿਸ ਨਾਲ ਇਹ ਸਾਰਾ ਦਿਨ ਢਹਿੰਦੀ ਕਲਾ ਵਿੱਚ ਰਹਿੰਦਾ, ਅਤੇ ਸਵੇਰੇ ਕੀ ਹੋਇਆ ਸੀ ਜਦੋਂ ਇਹ ਇਸ ਤਰ੍ਹਾਂ ਥੋੜ੍ਹਾ ਠੀਕ ਮਹਿਸੂਸ ਹੋਇਆ। ਅਤੇ ਫਿਰ ਜਦੋਂ ਖਿਆਲ ਆਇਆ ਕਿ ਇੱਕ ਚਾਹ ਪੀ ਰਹੇ ਸਨ, ਪਰ ਉਹਨਾਂ ਨੇ ਸੋਚਿਆ ਸ਼ਾਇਦ ਚਾਹ ਪੱਤੀ ਦਾ ਕੋਈ ਅਸਰ ਹੈ, ਉਹ ਟਰਾਇਲ ਕੀਤੀ ਗਈ, ਬਾਕੀਆਂ 'ਤੇ ਕੋਈ ਫਰਕ ਨਹੀਂ ਪਿਆ। ਜਦੋਂ ਫਿਰ ਅਗਲੇ ਦਿਨ ਖਿਆਲ ਆਇਆ ਕਿ ਚਾਹ ਤਾਂ ਸਾਰਿਆਂ ਨੇ ਪੀਤੀ ਪਰ ਇੱਕੋ ਨਾਲ ਦੀ ਚਾਹ ਉਸਨੂੰ ਵੀ ਪਿਆਈ, ਉਹਨੂੰ ਤਬਦੀਲੀ ਨਹੀਂ ਹੋਈ, ਤਾਂ ਫਿਰ ਕੀ ਵਾਪਰਿਆ ਸੀ। ਵੈਸੇ ਹੀ ਖਿਆਲ ਆਇਆ ਉਹਨਾਂ ਨੂੰ ਕਿ ਇੱਕ ਇਲਾਇਚੀ ਦੀ ਖੁਸ਼ਬੂ ਆ ਰਹੀ ਸੀ, ਦੇਖੀਏ ਉਹਦੇ ਨਾਲ ਕੁਛ ਹੁੰਦਾ। ਸੋ ਇਲਾਇਚੀ ਦਾ ਹੀ ਪਾਣੀ ਫਿਰ ਇਕੱਲਾ ਅਗਲੇ ਦਿਨ ਸਭ ਨੂੰ ਪਿਆ ਕੇ ਦੇਖਿਆ ਗਿਆ ਕਿ ਉਹਨਾਂ ਸਾਰਿਆਂ 'ਚ 5 ਤੋਂ 10% ਚੜ੍ਹਦੀ ਕਲਾ ਮਹਿਸੂਸ ਹੋਈ। ਹੁਣ ਇਲਾਇਚੀ 'ਤੇ ਫਿਰ ਉੱਥੇ ਰਿਸਰਚ ਕੀਤੀ ਗਈ, ਜਦੋਂ ਲੈਬੋਰੇਟਰੀ ਵਿੱਚ ਦੇਖਿਆ ਗਿਆ ਕਿ ਕੁਦਰਤੀ ਤੌਰ 'ਤੇ ਜੋ ਮੂਡ ਠੀਕ ਕਰਨ ਵਾਲੀਆਂ ਦਵਾਈਆਂ ਹੁੰਦੀਆਂ ਨੇ ਉਸੇ ਵਰਗਾ ਹੀ ਲਗਭਗ ਅਸਰ ਇਹਦੇ ਵਿਚਲੇ ਜੋ ਮੈਂ ਦੱਸਿਆ ਸੀ ਟਰਪੈਂਟੀਨ, ਐਸਟਰ, ਫਲੇਵੋਨੋਇਡ ਅਤੇ ਸਿਨਿਓਲ, ਇਹ ਜੋ ਇਹਦੇ 'ਚ ਭਰੇ ਪਏ ਨੇ ਉਹਨਾਂ ਦਾ ਲਗਭਗ ਉਹੀ ਜਿਹਾ ਹੀ ਅਸਰ ਦਿਸਿਆ। ਹੁਣ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਪ੍ਰੋਪਰ ਫਿਰ ਸਾਰੇ ਜਿਹੜੇ ਮਰੀਜ਼ ਸਨ ਉਹਨਾਂ ਨੂੰ 2 ਹਿੱਸੇ ਵਿੱਚ ਵੰਡ ਲਿਆ ਜਿਹੜੇ ਉਸੇ ਵਾਰਡ ਵਿੱਚ ਸਨ। ਇੱਕ ਨੂੰ ਉਹਨਾਂ ਨੇ ਮੂਡ ਠੀਕ ਕਰਨ ਦੀਆਂ ਦਵਾਈਆਂ ਦਿੱਤੀਆਂ, ਦੂਜਿਆਂ ਨੂੰ ਚਾਹ ਦੇ ਵਿੱਚ ਇਲਾਇਚੀ ਪਾ ਕੇ ਫਿਰ ਪਿਆਈ ਗਈ ਕਿਸੇ ਨੂੰ, ਕਿਉਂਕਿ ਦੇਖਿਆ ਗਿਆ ਸੀ ਕਿ ਚਾਹ ਦਾ ਨਹੀਂ, ਪਾਣੀ ਦੇ ਵਿੱਚ ਵੀ ਜੇ ਉਬਾਲ ਕੇ ਦਿੱਤੀ ਗਈ ਸੀ ਤਾਂ ਓਨਾ ਹੀ ਅਸਰ ਦਿਸਿਆ ਸੀ। ਸੋ ਉਹਨਾਂ ਨੂੰ ਦੱਸੇ ਬਗੈਰ ਕਿ ਕੀ ਦੇ ਰਹੇ ਹਾਂ, ਅੱਧਿਆਂ ਨੂੰ ਉਹ ਚਾਹ ਪਿਆ ਦਿੱਤੀ ਗਈ, ਅੱਧਿਆਂ ਨੂੰ ਮੂਡ ਠੀਕ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਗਈਆਂ। ਮੂਡ ਠੀਕ ਕਰਨ ਵਾਲੀਆਂ ਦਵਾਈਆਂ ਦਾ ਅਸਰ 2 ਘੰਟੇ ਬਾਅਦ ਅਸਰ ਦਿਸਣਾ ਸ਼ੁਰੂ ਹੋਇਆ, ਜਦਕਿ ਵੈਸੇ ਸਾਨੂੰ ਪਤਾ ਹੈ ਕਿ ਉਹ ਦਵਾਈਆਂ ਪਹਿਲੀ ਚੀਜ਼ ਤਾਂ ਹਫ਼ਤਾ ਕੁ ਲੈਂਦੀਆਂ ਨੇ ਅਸਰ ਸ਼ੁਰੂ ਹੁੰਦਿਆਂ। ਸੋ ਉਸ ਤੋਂ ਬਾਅਦ ਯਾਨੀ ਇੰਸਟੈਂਟ ਅਸਰ ਮੂਡ ਠੀਕ ਕਰਨ ਵਾਲੀਆਂ ਦਵਾਈਆਂ ਦੇ ਨਹੀਂ ਹੁੰਦੇ, ਥੋੜ੍ਹਾ ਅਸਰ ਲੈ ਕੇ ਹੁੰਦੀਆਂ ਨੇ। ਸੋ ਜੋ ਵੀ ਹਫ਼ਤੇ ਬਾਅਦ ਉਹਨਾਂ ਨੇ ਰਿਜ਼ਲਟਸ ਰਿਪੋਰਟ ਕੀਤੇ ਤਾਂ ਉਹਨਾਂ ਕਿਹਾ ਕਿ ਪਹਿਲੇ ਹਫ਼ਤੇ ਮੂਡ ਠੀਕ ਕਰਨ ਵਾਲੀਆਂ ਦਵਾਈਆਂ ਦਾ ਤਾਂ ਕੋਈ ਅਸਰ ਨਹੀਂ ਸੀ, ਪਰ ਜਿਹੜੇ ਨੇ ਚਾਹ ਪੀਤੀ ਸੀ ਇਲਾਇਚੀ ਵਾਲੇ, ਉਹ ਸਾਰਿਆਂ ਦਾ 20 ਮਿੰਟ ਬਾਅਦ ਉਹਨਾਂ ਦੇ ਹਾਵ ਭਾਵ, ਗੱਲ ਕਰਨ ਦਾ ਢੰਗ, ਯਾਨੀ ਬਿਮਾਰੀ ਤਾਂ ਉੱਡੀ ਨਹੀਂ ਸੀ, ਬਿਮਾਰੀ ਉਹੀ ਸੀ, ਪਰ ਚਿਹਰੇ ਦੀ ਮੁਸਕਾਨ, ਥੋੜ੍ਹੀ ਜਿਹੀ ਰੌਣਕ ਉਹ ਵੱਖ ਦਿਸੀ। ਸੋ ਮਤਲਬ ਸਪਸ਼ਟ ਹੋ ਗਿਆ ਕਿ ਇਨਸਟੈਂਟ ਇਫੈਕਟ ਇਹਦਾ ਹੈ। ਹਾਲਾਂਕਿ ਸਾਡੀਆਂ ਦਾਦੀਆਂ ਨਾਨੀਆਂ ਕਰਦੀਆਂ ਸੀ ਹਾਜ਼ਮੇ ਦੇ ਵਾਸਤੇ, ਸਾਨੂੰ ਪਤਾ ਹੈ ਕਿ ਵੱਡੀ ਇਲਾਇਚੀ ਹੋਏ ਕਿ ਛੋਟੀ ਇਲਾਇਚੀ ਹੋਏ ਇਹਨੂੰ ਪਾਣੀ 'ਚ ਉਬਾਲ ਕੇ ਦਿੰਦੇ ਰਹੇ ਹਾਂ। ਪਰ ਮਜ਼ੇਦਾਰ ਇੱਕ ਹੋਰ ਵੀ ਹੁਣ ਖੋਜ ਦੱਸਣਾ ਚਾਹੁੰਦੀ ਹਾਂ। ਸਾਊਦੀ ਅਰਬ ਵਿੱਚ ਇਹ ਖੋਜ ਹੋਈ, ਬਾ ਕਮਾਲ, ਯਾਨੀ ਉਹਨਾਂ ਨੇ ਕੀਤਾ 30 ਗਰਭਵਤੀ ਚੂਹੀਆਂ ਲਈਆਂ ਜੀ, ਯਾਨੀ ਇਹ ਪਹਿਲਾਂ ਇਨਸਾਨਾਂ 'ਤੇ ਖੋਜ ਨਹੀਂ ਸੀ ਹੋਈ, ਚੂਹੀਆਂ ਉਹ ਵੀ ਸਾਰੀਆਂ ਗਰਭਵਤੀ 30। ਉਹਨਾਂ ਵਿੱਚੋਂ ਉਹਨਾਂ ਨੇ ਕੀ ਕੀਤਾ ਕਿ ਇੱਕ ਗਰੁੱਪ ਇਸ ਤਰ੍ਹਾਂ 3 ਗਰੁੱਪਾਂ ਵਿੱਚ ਉਹਨਾਂ ਨੂੰ ਵੰਡ ਕੇ 10-10 ਤੇ 10 ਕਰ ਲਿਆ। ਹੁਣ ਇੱਕ ਗਰੁੱਪ ਨੂੰ ਉਹਨਾਂ ਨੇ
ਕੀਤਾ ਕੀ ਕਿ 10% ਜਿਸ ਨੂੰ ਯਾਨੀ ਦਿੱਤੀ, ਦੂਜੇ ਨੂੰ 20% ਛੋਟੀ ਇਲਾਇਚੀ ਤੇ ਤੀਜੇ ਗਰੁੱਪ ਨੂੰ ਸਿਰਫ ਮਿੱਠਾ ਪਾਣੀ। ਇਹ 3 ਹਿੱਸਿਆਂ ਜੀ ਵਿੱਚ ਚੂਹੀਆਂ ਵੰਡੀਆਂ ਗਈਆਂ, ਯਾਨੀ ਇੱਕ ਨੂੰ ਥੋੜੀ, ਇੱਕ ਨੂੰ 20% ਉਹ ਪਾਣੀ, ਇੱਕ ਨੂੰ ਸਿਰਫ ਮਿੱਠਾ ਪਾਣੀ ਇਲਾਇਚੀ ਤੋਂ ਬਗੈਰ ਵਾਲਾ। ਹੁਣ ਇਹ ਦਿੱਤਾ ਗਿਆ। ਰਿਸਰਚ ਦੇਖੋ ਕੀ ਕਹਿ ਰਹੀ ਹੈ, ਮੇਰੇ ਕੋਲ ਜਰਨਲ ਫੜਿਆ ਹੋਇਆ, ਇਹਨਾਂ ਨੇ ਕਿਹਾ ਬੱਚੇ ਜੰਮਣ ਤੋਂ 15 ਦਿਨ ਬਾਅਦ ਤੱਕ ਇਹ ਚੂਹੀਆਂ ਨੂੰ ਇਲਾਇਚੀ ਦੇਣੀ ਜਾਰੀ ਰੱਖੀ ਗਈ। ਉਹੀ 3 ਗਰੁੱਪ ਵੱਖੋ ਵੱਖਰੇ। ਜੀ ਹੁਣ ਇੱਕ ਨੂੰ ਘੱਟ ਸੀ 10%, ਇੱਕ ਨੂੰ 20% ਸੀ, ਇੱਕ ਨੂੰ ਸਿਰਫ ਮਿੱਠਾ ਪਾਣੀ। ਤੁਸੀਂ ਕਮਾਲ ਦੇਖੋ, ਇਹ ਰਿਸਰਚ ਅੱਗੋਂ ਲਿਖਦੇ ਨੇ ਕਿ ਇਹਨਾਂ ਚੂਹੀਆਂ ਦੇ ਬੱਚਿਆਂ ਤੇ ਜਦੋਂ, ਹੁਣ ਇਹ ਚੂਹੀਆਂ ਨੂੰ ਤਾਂ ਦਿੱਤਾ ਹੀ ਗਿਆ, ਇਹਨਾਂ ਦੇ ਬੱਚਿਆਂ ਤੇ ਜਦੋਂ ਰਿਸਰਚ ਕੀਤੀ ਗਈ ਜਿਨ੍ਹਾਂ ਨੂੰ 20% ਦਿੱਤਾ ਗਿਆ ਸੀ, ਜ਼ਰਾ ਖਿਆਲ ਕਰਿਓ, ਪੂਰੇ ਪੇਪਰ ਤਾਂ ਉਹਦੇ 12 ਪੇਜਾਂ ਦਾ ਜੇ, ਮੈਂ ਸਿਰਫ ਨਿਚੋੜ ਦੱਸਦੀ ਹਾਂ ਕਿ ਬੱਚਿਆਂ ਜਿਹੜੇ ਉਹਨਾਂ ਦੇ ਅੱਗੋਂ ਜੰਮੇ, ਉਹਨਾਂ 'ਚ ਗੱਲ ਸਿੱਖਣ ਦੀ, ਸਮਝਣ ਦੀ ਤਾਕਤ ਦੂਜਿਆਂ ਨਾਲੋਂ ਦੁੱਗਣੀ ਸੀ। ਕੁਝ ਵੀ ਹੋਰ ਵੱਖ ਨਹੀਂ ਸੀ ਦਿੱਤਾ ਗਿਆ, ਕਿਸੇ ਕਿਸਮ ਦੀ ਖੁਰਾਕ ਨਹੀਂ ਸੀ, ਸਿਰਫ ਇਲਾਇਚੀ ਵਾਲੀ ਜਿਹੜੀਆਂ ਖਾ ਰਹੀਆਂ ਸਨ ਚੂਹੀਆਂ 20% ਵਾਲੀਆਂ, ਉਹਨਾਂ ਦੇ ਬੱਚਿਆਂ ਵਿੱਚ ਜਦੋਂ ਅੱਗੋਂ ਉਹਨਾਂ ਨੂੰ ਫੋਲੋ ਅਪ ਕੀਤਾ ਗਿਆ, ਨਵੀਂ ਗੱਲ ਸਿੱਖਣ ਦੀ ਤਾਕਤ, ਸਮਝਣ ਦੀ ਤਾਕਤ, ਯਾਦ ਸ਼ਕਤੀ, ਇਹ ਸਾਰੀ ਬਾਕੀਆਂ ਨਾਲੋਂ ਦੁੱਗਣੀ ਵੱਧ ਸੀ। ਫਿਰ ਉਹਨਾਂ ਦੀਆਂ ਅੱਖਾਂ ਕਿੰਨੀ ਛੇਤੀ ਖੁੱਲੀਆਂ, ਭਾਰ ਉਹਨਾਂ ਚੂਹੀਆਂ ਦਾ ਜਿਹੜੇ ਬੱਚਿਆਂ ਸੀਗੇ ਉਹ ਵੱਧ ਸੀ, ਉਹਨਾਂ ਦੇ ਵਾਲਾਂ ਦੀ ਲੰਬਾਈ ਵੱਧ ਸੀ, ਉਹਨਾਂ ਦੇ ਸਰੀਰ ਅੰਦਰਲੇ ਨਿਕਲਦੇ ਰਸ, ਸੀਰੋਟੋਨਿਨ ਤੋਂ ਡੋਪਾਮੀਨ, ਯਾਨੀ ਜੋ ਹੁਣ ਮੈਂ ਹੁਣੇ ਦੱਸ ਕੇ ਹਟੀਆਂ ਕਿ ਤਣਾਅ ਕਿਵੇਂ ਕਾਫੂਰ ਹੁੰਦਾ ਜੇ, ਇਹ ਉਹਨਾਂ ਦੇ ਵਿੱਚ ਲੱਭ ਗਏ। ਯਾਨੀ ਬਕਾਇਦਾ ਖੋਜ ਨੇ ਸਾਬਤ ਕਰ ਦਿੱਤਾ ਉਹਨਾਂ ਵਿੱਚ ਇਹ ਹਾਰਮੋਨ ਵਧੇ ਹੋਏ ਸਨ। ਹੁਣ ਇੱਥੇ ਹੀ ਨਹੀਂ ਬਸ ਹੋਇਆ, ਜ਼ਰਾ ਅੱਗੇ ਦੇਖੋ ਕੀ ਕਮਾਲ ਵਾਪਰਿਆ ਕਿ ਇਹਨਾਂ ਚੂਹਿਆਂ ਦਾ, ਜਿਵੇਂ ਮੈਂ ਦੱਸ ਚੁੱਕੀ ਹਾਂ, ਭਾਰ ਵੱਧ ਸੀ, ਯਾਦ ਸ਼ਕਤੀ ਵੱਧ ਸੀ, ਪਰ ਉਹਨਾਂ ਦੇ ਵਾਲ ਕੂਲੇ ਵੀ ਜ਼ਿਆਦਾ ਸੀ, ਸਰੀਰਕ ਤਾਕਤ ਵੀ ਵੱਧ ਸੀ, ਤੇ ਦਿਮਾਗੀ ਰਸ ਜੋ ਨਿਕਲ ਰਹੇ ਸਨ ਚੁਸਤ ਦਰੁਸਤ ਕਰਨ ਲਈ ਦੂਜਿਆਂ ਨਾਲੋਂ ਵੀ ਦੁੱਗਣੇ ਸਨ। ਤੁਸੀਂ ਅੰਦਾਜ਼ਾ ਆਪੇ ਹੀ ਲਾ ਲਵੋ ਕਿ ਇਹ ਚੁਸਤੀ ਵੀ ਵੱਧ, ਦਿਮਾਗੀ ਵੀ, ਸਰੀਰਕ ਵੀ, ਇਹ ਸਾਰਾ ਕੁਝ ਚੂਹੀਆਂ ਦੇ ਬੱਚਿਆਂ ਤੇ ਸਿਰਫ ਉਹਨਾਂ 'ਚ ਲੱਭਿਆ ਜਿਨ੍ਹਾਂ 'ਚ 20% ਦਿੱਤੀ ਗਈ ਸੀ। 10% ਵਾਲੀ ਹੁਣ ਜਿਹੜੇ ਸਨ ਉਹਨਾਂ ਦਾ ਵੀ ਖਿਆਲ ਕਰਿਓ, ਉਹਦੇ ਵਿੱਚ ਆਇਆ ਕਿ ਉਹਨਾਂ ਚੂਹਿਆਂ ਦੇ ਵਿੱਚ ਵੀ ਬਾਕੀ ਜਿਹੜੇ ਜਿਨ੍ਹਾਂ ਨੂੰ ਸਿਰਫ ਪਾਣੀ ਦਿੱਤਾ ਗਿਆ ਸੀ ਮਿੱਠਾ, ਉਹਦੇ ਨਾਲੋਂ ਯਾਦ ਸ਼ਕਤੀ ਤੇ ਉਹ ਘੁੰਮ ਕੇ ਵਾਪਸ ਉਸੇ ਥਾਂ ਤੇ ਆਉਣ ਵਾਲਾ ਰਾਹ ਛੇਤੀ ਲੱਭਣ ਦੀ ਤਾਕਤ ਵੀ ਨਿਰੇ ਮਿੱਠੇ ਪਾਣੀ ਪੀਣ ਵਾਲਿਆਂ ਨਾਲੋਂ ਘੱਟੋ ਘੱਟ 1.5 ਤਾਂ ਜ਼ਰੂਰ ਸੀ, ਹਾਲਾਂਕਿ ਓਨੀ ਨਹੀਂ ਸੀ ਜਿੰਨੀ 20% ਵਾਲਿਆਂ ਨੇ ਲਈ ਸੀ। ਹੁਣ ਤੁਸੀਂ ਸਮਝੋ ਇਹ ਇੰਨੇ ਕੁ ਹੈਰਾਨੀਜਨਕ ਤੱਥ ਸੀ ਵੀ ਇਲਾਇਚੀ ਤੇ ਯਾਦ ਸ਼ਕਤੀ ਉਹ ਵੀ ਮਾਂ ਨੂੰ ਦੇਣ ਨਾਲ ਇੰਨਾ ਮੇਜਰ ਕੀ ਕਮਾਲ ਵਾਪਰਿਆ। ਸੋ ਜਦੋਂ ਪਹਿਲੀ ਵਾਰ ਸ਼ੁਰੂ ਕੀਤਾ, ਬੱਚਿਆਂ ਤੇ ਦਿੱਤਾ ਗਿਆ, ਉਦੋਂ ਇਹ ਸਾਰਾ ਕੁਛ ਤਾਂ ਅਜੇ ਨਹੀਂ, ਪਰ ਡਰਦੇ ਢਹਿੰਦੇ ਹੀ ਜਿਵੇਂ ਉਹਨਾਂ ਨੇ ਸ਼ੁਰੂ ਕੀਤੀ ਰਿਸਰਚ ਵਿੱਚ ਕਿਹਾ ਗਿਆ ਕਿ ਇਹਨੂੰ ਦੇ ਕੇ ਵੇਖੋ, ਤਾਂ ਗਰਭਵਤੀ ਮਾਵਾਂ ਨੂੰ ਇਹ ਜੋ ਇਨਸਟੈਂਟ ਰਿਸਰਚ ਜਿਹੜੀ ਖੋਜ ਦਿਸੀ ਉਹ ਇਹ ਕਿ ਉਹਨਾਂ ਦਾ ਜੀ ਕੱਚਾ ਹੋਣਾ ਤੁਰੰਤ ਘਟ ਗਿਆ ਸੀ, ਜੋ ਕਿ ਬਹੁਤ ਸਾਰੀਆਂ ਮਾਵਾਂ ਨੂੰ ਹੁੰਦਾ। ਫਿਰ ਦੇਖਿਆ ਗਿਆ ਕਿ ਜਿਹੜੀਆਂ ਮਾਵਾਂ ਨੂੰ ਕਬਜ਼ ਹੋ ਰਹੀ ਸੀ ਜਾਂ ਟੱਟੀਆਂ ਲੱਗ ਰਹੀਆਂ ਸਨ, ਅਫਾਰਾ ਹੋ ਰਿਹਾ ਸੀ, ਇਹ ਬਦਹਜ਼ਮੀ ਵਗੈਰਾ, ਸਾਰਿਆਂ ਵਿੱਚ ਹੀ ਫਾਇਦਾ ਦਿਸਿਆ ਜਿਨ੍ਹਾਂ ਨੂੰ ਇਲਾਇਚੀ ਦਿੱਤੀ ਗਈ। ਹੁਣ ਇਹਦੇ ਵਿੱਚ ਖਾਸ ਧਿਆਨ ਰੱਖਿਓ, ਕੱਲੀ ਇਲਾਇਚੀ ਨਹੀਂ ਸੀ ਦਿੱਤੀ ਗਈ। ਖੋਜ ਦੇ ਵਿੱਚ ਜੋ ਦਿੱਤਾ ਗਿਆ ਸੀ ਉਹਦੇ ਵਿੱਚ ਰਤਾ ਜਿਹਾ ਸ਼ਹਿਦ ਤੇ ਕਾਲਾ ਲੂਣ ਨਾਲ ਮਿਲਾਇਆ ਗਿਆ ਸੀ। ਇਸ ਨੂੰ ਅੱਧੇ ਗਿਲਾਸ ਪਾਣੀ ਦੇ ਵਿੱਚ ਪਾ ਕੇ 2 ਇਲਾਇਚੀਆਂ, ਅੱਧਾ ਗਿਲਾਸ ਪਾਣੀ, ਕੋਸਾ ਵਿੱਚ ਅੱਧਾ ਚਮਚ ਸ਼ਹਿਦ ਤੇ ਕਾਲਾ ਲੂਣ ਚੂੰਡੀ ਪਾ ਕੇ ਇਹ ਉਹਨਾਂ ਨੂੰ ਦਿੱਤਾ ਗਿਆ ਸੀ, ਜਿਸ ਨਾਲ ਉਹਨਾਂ ਨੂੰ ਹੌਲੀ ਹੌਲੀ ਸਿਪ ਕਰਨ ਨਾਲ ਇਹਦੇ ਵਿੱਚ ਕਾਫੀ ਆਰਾਮ ਦਿਸਿਆ। ਹੁਣ ਇਹ ਫਿਰ ਲੱਭਿਆ ਗਿਆ ਕਿ ਇਹਨਾਂ ਮਾਵਾਂ ਨੂੰ ਹੀ ਜਿਨ੍ਹਾਂ ਨੂੰ ਦਿੱਤੀਆਂ ਗਈਆਂ ਸੀ ਡੇਲੀ ਇਲਾਇਚੀਆਂ, ਉਹਨਾਂ ਵਿੱਚ ਇਨਫੈਕਸ਼ਨਸ ਕੁਝ ਘੱਟ ਹੋਈਆਂ। ਇਹ ਵੀ ਉਹਨਾਂ ਨੇ ਲੱਗਿਆ ਕਿ ਸ਼ਾਇਦ ਵੈਸੇ ਹੀ ਹੋਣਾ ਵੀ ਇਹ ਸਾਫ਼ ਸਫਾਈ ਰੱਖਦੀਆਂ ਹੋਣੀਆਂ, ਪਰ ਕਿਉਂਕਿ ਬਹੁਤ ਕੁਝ ਖੋਜ ਲੱਭੀ ਹੋਈ ਸੀ, ਇਸੇ ਕਰਕੇ ਉਹਦੇ ਅੱਗੋਂ ਹੋਰ ਰਿਸਰਚ ਜਾਰੀ ਜਦੋਂ ਰੱਖੀ ਗਈ ਤਾਂ ਦੇਖਿਆ ਇਲਾਇਚੀ ਵਿਚਲੇ ਕੁਝ ਹੋਰ ਅੰਸ਼ ਵੀ ਲੱਭੇ
ਜਿਨ੍ਹਾਂ ਵਿੱਚ ਪਾਇਨੀਨ, ਸੈਬੀਨੀਨ, ਮਿਰਸੀਨ, ਲਿਮੋਨੀਨ ਯਾਨੀ ਇਹੋ ਜਿਹੇ ਤਗੜੇ ਐਂਟੀਆਕਸੀਡੈਂਟ ਜੋ ਕਿ ਸੋਜ਼ਿਸ਼ ਤਾਂ ਘਟਾਉਂਦੇ ਸਨ, ਪਰ ਇਹਨਾਂ ਦੇ ਵਿੱਚ ਦੇਖਿਆ ਗਿਆ ਕਿ ਕੁਝ ਵਾਇਰਲ ਕੀਟਾਣੂਆਂ ਨੂੰ ਫੈਲਣ ਤੋਂ ਰੋਕਦੇ ਵੀ ਸਨ। ਇਹ ਲੈਬੋਰੇਟਰੀ ਟੈਸਟ ਸਨ ਜਿਨ੍ਹਾਂ ਵਿੱਚ ਇਹ ਦੱਸਿਆ ਕਿ ਸ਼ਾਇਦ ਉਸੇ ਕਰਕੇ ਹੀ ਜਿਨ੍ਹਾਂ ਮਾਵਾਂ ਨੂੰ ਇਹ ਦਿੱਤਾ ਗਿਆ ਉਹ ਬਿਮਾਰੀ ਵੀ ਉਹਨਾਂ ਨੂੰ ਘੱਟ ਹੋਈ। ਸੋ ਇਹ ਸਾਰਾ ਕੁਝ 'ਚ ਫਰਕ ਵੀ ਦਿਸਿਆ। ਉਹਨਾਂ ਦੇ ਮੂੰਹ ਅੰਦਰਲੇ ਦੰਦਾਂ ਦੇ ਵਿਚਲੀਆਂ ਵੀ ਜਿੰਨੀਆਂ ਤਕਲੀਫਾਂ ਸਨ ਉਹ ਸਾਰੀਆਂ ਠੀਕ ਹੋਈਆਂ ਲੱਭੀਆਂ। ਹੁਣ ਇਹਦੇ ਅੱਗੋਂ ਜੋ ਫਿਰ ਖੋਜ ਇਸੇ ਥਾਂ ਤੋਂ ਜਦੋਂ ਅੱਗੇ ਤੁਰੀ, ਜੋ ਕਿ ਮੈਂ ਕਿੰਗ ਸੌਦ ਯੂਨੀਵਰਸਿਟੀ ਸਾਊਦੀ ਅਰਬ ਦੇ ਹੁਣ ਗੱਲਾਂ ਦੱਸਣ ਲੱਗੀ ਹਾਂ, ਜਿਨ੍ਹਾਂ ਵਿੱਚ ਉਹਨਾਂ ਨੇ ਇਹ ਖੋਜ 13 ਸਾਲ ਕੀਤੀ ਸੀ। ਉਹਨਾਂ ਨੇ ਵੀ ਪਹਿਲਾਂ ਤਾਂ ਚੂਹਿਆਂ ਦੇ ਉੱਤੇ ਹੀ ਖੋਜ ਸ਼ੁਰੂ ਕੀਤੀ ਕਿ ਕਿਉਂਕਿ ਉਹ ਗੱਲ ਹੀ ਬੜੀ ਕਮਾਲ ਸੀ ਜਿਹੜੀ ਪਹਿਲਾਂ ਛਪੀ ਸੀ। ਸੋ ਉਹ ਚੂਹਿਆਂ ਉੱਤੇ ਖੋਜ ਦੇ ਵਿੱਚ ਉਹਨਾਂ ਨੇ ਜੋ ਬੌਧਿਕ ਵਿਕਾਸ ਦਾ ਬਾਕਮਾਲ ਅਸਰ ਬਾਰੇ ਦੁਬਾਰਾ ਕਨਫਰਮ ਕੀਤਾ ਕਿ ਵਾਕਈ ਜੋ ਪਹਿਲੀ ਖੋਜ ਹੋਈ ਸੀ ਉਹਦੇ ਉਸੇ ਤਰ੍ਹਾਂ ਹੀ ਚੂਹਿਆਂ ਦੇ ਜਿਹੜੇ ਬੱਚੇ ਸਨ ਉਹਨਾਂ ਦਾ ਬੌਧਿਕ ਵਿਕਾਸ ਦੂਜਿਆਂ ਨਾਲੋਂ ਦੁੱਗਣਾ ਤੇ ਕਈ ਥਾਈਂ ਚੌਗਣਾ ਵੀ ਸੀ। ਹੈ ਨਾ ਬਾਕਮਾਲ। ਸੋ ਉਹਨਾਂ ਨੇ ਕਿਹਾ ਕਿ ਇਹ ਮਨੁੱਖਾਂ ਦੇ ਉੱਤੇ ਜ਼ਰੂਰ ਕਰਨਾ ਚਾਹੀਦਾ ਹੈ, ਬਟ ਕਿਤੇ ਨਾ ਕਿਤੇ ਕੋਈ ਮਨੁੱਖੀ ਅਧਿਕਾਰਾਂ ਦੇ ਵਿੱਚ ਥੋੜਾ ਰੌਲਾ ਪਿਆ, ਇਹ ਰੁਕ ਗਿਆ। ਸੋ ਇਹ ਛਾਪਣ ਤੋਂ ਪਹਿਲਾਂ 50 ਵਾਰ ਇਹੀ ਰਿਸਰਚ ਕੀਤੀ ਗਈ ਵੱਖੋ ਵੱਖਰੀਆਂ ਥਾਵਾਂ ਤੇ। ਜਦੋਂ ਹਰ ਇੱਕ ਦੇ ਰਿਜ਼ਲਟ ਸੇਮ ਆਏ, ਇੱਕ ਦੇ ਵਿੱਚ ਵੀ ਕਿੰਤੂ ਪਰੰਤੂ ਨਹੀਂ ਹੋਇਆ, ਤਾਂ ਫਿਰ ਉਹਨਾਂ ਨੇ ਜੋ ਅੱਗੇ ਦੇਖਿਆ ਕਿ ਇਲਾਇਚੀ ਵਿਚਲੇ ਜੋ ਜਿਸ ਲਈ ਇਹਨਾਂ ਨੇ ਕਿਹਾ ਵੀ ਮਨੁੱਖਾਂ ਤੇ ਟੈਸਟ ਕਰੋ, ਕਿ ਆਲਰੇਡੀ ਇਲਾਇਚੀਆਂ ਤਾਂ ਖਾ ਹੀ ਰਹੇ ਨੇ 3000 ਸਾਲ ਪਹਿਲਾਂ ਤੋਂ, ਉਹ ਵੀ ਈਸਾ ਮਸੀਹ ਤੋਂ। ਸੋ ਦੇਖਿਆ ਗਿਆ ਕਿ ਇਲਾਇਚੀ ਵਿਚਲੇ ਜੋ ਐਲਕਲੋਇਡ ਤੇ ਫਿਨੋਲਿਕ ਅੰਸ਼ ਨੇ ਉਹ ਲਗਭਗ ਹਰ ਬਿਮਾਰੀ ਜਿਵੇਂ ਦਿਲ, ਪੇਟ, ਜਿਗਰ, ਫੇਫੜੇ, ਗੁਰਦੇ, ਜਿੱਥੇ ਜਿੱਥੇ ਇਮਿਊਨਿਟੀ ਦੇ ਸੈੱਲਾਂ ਨੂੰ ਰਵਾਂ ਕਰਨ ਦੀ ਲੋੜ ਪੈਂਦੀ ਸੀ ਉੱਥੇ ਇਹਦਾ ਬਹੁਤ ਤਗੜਾ ਫਾਇਦਾ ਜਿੱਥੇ ਚੁੱਕਿਆ। ਉੱਥੇ ਹੀ ਮੈਂ ਦੱਸ ਦਿਆਂ ਕਿ ਕਈ ਦਵਾਈਆਂ ਦੇ ਨਾਲ ਉਹਨਾਂ ਨੇ ਦੇਖਣ ਵਿੱਚ ਆਇਆ ਕਿ ਜੇ ਇਲਾਇਚੀ ਲੈਂਦੇ ਸਨ ਕੋਈ ਤਾਂ ਉਹਨਾਂ ਨੂੰ ਐਲਰਜੀ ਹੋ ਜਾਂਦੀ ਸੀ। ਸੋ ਉਹਨਾਂ ਨੇ ਕਿਹਾ ਕਿ ਜੇ ਇਲਾਇਚੀ ਦਾ ਰੋਲ ਦੇਖਣਾ ਤੇ ਨਾਲ ਫਿਰ ਦਵਾਈਆਂ ਘੱਟੋ ਘੱਟ ਉਹਦੇ ਨੇੜੇ ਉਸੇ ਚਾਹ ਨਾਲ ਜਿਸ ਵਿੱਚ ਪਾਈਏ ਨਾ ਲਈਆਂ ਜਾਣ। ਸੋ ਉਹਨਾਂ ਨੇ ਕੀ ਅੱਗੋਂ ਵੇਖਿਆ ਕਿ ਜੋ ਨਵੀਂ ਕਿੰਗ ਸੌਦ ਯੂਨੀਵਰਸਿਟੀ ਨੇ ਦੱਸਿਆ ਕਿ ਸਾਡੇ ਇਹ ਇਲਾਇਚੀ ਦੇਣ ਵਾਲੇ ਜਿੰਨੇ ਚੂਹੇ ਜਿਨ੍ਹਾਂ ਨੂੰ ਦਿੱਤਾ ਗਿਆ ਸੀ ਉਹਨਾਂ ਨੂੰ ਦਮੇ ਦੇ ਅਟੈਕ ਲਗਭਗ ਨਾ ਬਰਾਬਰ ਹੋਏ। ਸੋ ਇਹਦਾ ਮਤਲਬ ਇਹ ਕਿ ਇਹ ਦਮੇ ਦੇ ਉੱਤੇ ਵੀ ਕੁਛ ਨਾ ਕੁਛ ਰੋਲ ਹੋਏਗਾ ਇਹਦਾ, ਜਿਹੜਾ ਚੂਹਿਆਂ ਨੂੰ ਘੱਟ ਅਟੈਕ ਹੋਏ। ਫਿਰ ਇਸੇ ਤਰ੍ਹਾਂ ਹਾਰਟ ਅਟੈਕਸ ਵਾਲੇ ਜਿਹੜੇ ਚੂਹੇ ਸੀ ਉਹਨਾਂ ਤੇ ਵੀ ਦੇਖਿਆ ਕਿ ਜਿਨ੍ਹਾਂ ਨੂੰ ਇਲਾਇਚੀਆਂ ਦਿੱਤੀਆਂ ਗਈਆਂ ਸੀ ਉਹਨਾਂ ਦੇ ਦਿਲ ਦੇ ਪੱਠੇ ਛੇਤੀ ਵਾਪਸ ਸਿਹਤਮੰਦ ਹੋਏ। ਹੁਣ ਇਹ ਯਾਨੀ ਚੂਹਿਆਂ ਤੇ ਤਾਂ ਹੋ ਲਈ, ਪਰ ਮਜ਼ੇਦਾਰ ਗੱਲ ਜੋ ਅੱਗੇ ਤੁਰੀ ਹੁਣ ਉਹ ਵੇਖੋ ਕੀ ਕਹਿੰਦੇ ਨੇ ਕਿ ਇਹ ਨਵੀਂ ਸਿੱਖਣ ਵਾਲੀ ਜੋ ਚੀਜ਼ ਦੇ ਜੋ ਅੰਸ਼ ਲੱਭੇ ਸਨ, ਜਿਸ ਕਰਕੇ ਫਿਰ ਅਖੀਰ ਮੰਨਿਆ ਗਿਆ ਕਿ ਹਾਂ ਜੀ ਇਹ ਅਸੀਂ ਹਿਊਮਨ ਬੀਇੰਗਸ ਨੂੰ ਦਿੱਤੇ ਜ਼ਰੂਰ ਜਾਣੀ ਚਾਹੀਦੀ ਹੈ। ਉਹਦੇ 'ਚ ਦੇਖਿਆ ਕਿ ਜਿਹੜੀਆਂ ਚੂਹੀਆਂ ਨੂੰ ਇਹ ਦਿੱਤਾ ਗਿਆ ਸੀ ਉਹਨਾਂ ਦੇ ਦੁੱਧ ਦੇ ਵਿੱਚ ਇਹ ਅੰਸ਼, ਯਾਨੀ ਹੁਣ ਬੱਚੇ ਜੰਮ ਚੁੱਕੇ ਸਨ, ਚੂਹੀਆਂ ਨੂੰ ਨਹੀਂ ਸੀ ਹੁਣ ਕੁਝ ਵੀ ਦਿੱਤਾ ਜਾ ਰਿਹਾ, ਉਹਨਾਂ ਦੇ ਲਗਭਗ ਜਿਹੜੇ ਇਲਾਇਚੀ ਦੇ ਅੰਸ਼ ਉਹਨਾਂ ਦੇ ਦੁੱਧ ਵਿੱਚੋਂ ਵੀ ਆਉਂਦੇ ਰਹੇ ਤੇ ਉਹ ਵੀ ਲਗਭਗ ਅੱਗੋਂ 3 ਹਫ਼ਤਿਆਂ ਤੱਕ ਓਨੇ ਦੇ ਓਨੇ ਰਹੇ। ਯਾਨੀ ਉਹਦੇ ਵਿਚਲੇ ਜੋ ਤੇਲ ਜੋ ਅੰਸ਼ ਨੇ ਉਹ ਇੰਨਾ ਲੰਮਾ ਸਮਾਂ ਤੱਕ ਅਸਰ ਦੱਸਦੇ ਨੇ। ਹੁਣ ਇਹਨਾਂ ਦਾ ਜਦੋਂ ਫਾਈਨਲ ਟੈਸਟ ਹੋਣਾ ਸੀ, ਜਦੋਂ ਅਮਰੀਕਨ ਅਕੈਡਮੀ ਵਾਲਿਆਂ ਨੇ ਵੀ ਇਸ ਤੇ ਗੌਰ ਫਰਮਾਇਆ ਕਿ ਟੈਸਟ ਹੁਣ ਹਿਊਮਨ ਬੀਇੰਗਸ ਤੇ ਕਰੀਏ, ਤਾਂ ਉਦੋਂ ਇੱਕ ਟੈਸਟ ਬੜਾ ਮਜ਼ੇਦਾਰ ਪਾਸ ਕਰਨ ਲਈ ਉਹਨਾਂ ਨੂੰ ਜਦੋਂ ਬੁਲਾਇਆ ਗਿਆ ਤਾਂ ਸਾਰੇ ਚੂਹੇ ਇੰਜ ਇੱਕ ਕਮਰੇ 'ਚ ਛੱਡੇ ਗਏ ਕਿ ਆਹ ਦੇਖੋ ਜੀ ਇਸ ਥਾਂ ਤੋਂ ਤੁਰ ਕੇ ਘੁੰਮ ਕੇ ਇਹਨਾਂ ਨੇ ਵਾਪਸ ਪਹੁੰਚਣਾ। ਇਹ ਨਹੀਂ ਦੱਸਿਆ ਗਿਆ ਉਹਨਾਂ ਨੂੰ ਕਿ ਕਿਹੜੇ ਚੂਹਿਆਂ ਨੂੰ ਇਲਾਇਚੀ ਦਿੱਤੀ ਗਈ ਸੀ, ਕਿਹੜਿਆਂ ਨੂੰ ਨਹੀਂ। ਉਹ ਮਾਰਕ ਅਲੱਗ ਹੋਏ ਸਨ ਸਾਰੇ, ਕਿ ਬਾਅਦ ਵਿੱਚ ਦੇਖਾਂਗੇ। ਸੋ ਜਦੋਂ ਇਹ ਸਾਰੇ ਚੂਹੇ ਇੱਕੋ ਵੇਲੇ ਇਕੱਠੇ ਛੱਡੇ ਗਏ ਤਾਂ ਦੇਖਣ ਵਿੱਚ ਆਇਆ ਕਿ ਜਿਹੜੇ ਵਾਪਸ ਉਸ ਥਾਂ ਤੇ ਛੇਤੀ ਪਹੁੰਚੇ ਸਾਰੇ ਦੇ ਸਾਰੇ ਹੀ ਉਹ ਸਨ ਜਿਹੜੇ 20% ਇਲਾਇਚੀ ਲੈ ਰਹੇ ਸਨ। ਯਾਨੀ ਇਸ ਤੋਂ ਵੱਧ ਕਨਫਰਮੇਟਰੀ ਟੈਸਟ ਨਹੀਂ ਹੋ ਸਕਦਾ, ਜੋ ਕਿ ਉਦੋਂ ਉਹਨਾਂ ਨੇ ਮਜਬੂਰ ਹੋ ਗਏ ਕਿ ਆਪਾਂ ਬੱਚਿਆਂ ਤੇ ਵੀ ਸ਼ੁਰੂ ਕਰੀਏ। ਸੋ ਉਹ ਜੋ ਫਿਰ ਰਿਸਰਚ ਹੋਈ
ਜਿੱਥੇ ਉਹਨਾਂ ਚੂਹੀਆਂ ਦੇ ਪਹਿਲਾਂ ਦਿਮਾਗ ਕੱਟ ਕੇ ਦੇਖੇ ਗਏ ਕਿ ਹੋ ਕੀ ਰਿਹਾ, ਤਾਂ ਉਹਨਾਂ ਦੇ ਹਿਪੋਕੈਂਪਸ ਤੇ ਸੈਰਬਰਲ ਕਾਰਟੈਕਸ ਦੇ ਹਿੱਸਿਆਂ ਦੇ ਵਿੱਚ ਖਾਸ ਤੌਰ ਤੇ ਗਲੂਟਾਥਾਇਓਨ ਇੱਕ ਹਾਰਮੋਨ ਦੀ ਮਾਤਰਾ, ਜੋ ਰਸ ਸੀ ਉਹਦੀ ਮਾਤਰਾ ਵੱਧਦੀ ਸੀ। ਯਾਨੀ ਪ੍ਰੂਵ ਹੋ ਗਿਆ ਕਿ ਇਹ ਸਾਰੀ ਚੀਜ਼ ਨਾਲ ਵਾਕਈ ਦਿਮਾਗ ਦਾ ਵਿਕਾਸ, ਯਾਦਾਸ਼ਤ, ਜਿੱਥੋਂ ਤੱਕ ਕਿ ਸਾਡੀ ਇਮਿਊਨਿਟੀ, ਫਿਰ ਉਸ ਤੋਂ ਬਾਅਦ ਅਲੱਗ-ਅਲੱਗ ਰੋਗਾਂ ਵਿੱਚ ਕਿਸ ਤਰੀਕੇ ਤੇ ਖਾਸ ਤੌਰ ਤੇ ਮੂਡ ਬਿਹਤਰ ਕਰਨ ਵਿੱਚ ਬਾ ਕਮਾਲ ਰੋਲ ਹੈ। ਤੇ ਉਹਨਾਂ ਨੇ ਫਿਰ ਅਸਲ 'ਚ ਕੀ ਕੀਤਾ, ਮੈਂ ਹੁਣ ਸੰਨ 2021 ਦੀ ਜੋ ਫਾਈਨਲ ਰਿਪੋਰਟ ਛਪੀ ਜੇ, ਜੋ ਕਿ ਫੂਡ ਸਾਇੰਸ ਨਿਊਟ੍ਰੀਸ਼ਨਲ ਜਰਨਲ ਦੇ ਵਿੱਚ ਛਪੀ ਹੈ, ਉਸ ਖੋਜ ਦੇ ਹਵਾਲੇ ਵਿੱਚ ਇੱਕ ਬੜੀ ਕਮਾਲ ਦੀ ਚੀਜ਼ ਲਿਖੀ ਹੈ ਕਿ ਪੂਰੀ ਦੁਨੀਆ ਵਿੱਚ 71% ਮੌਤਾਂ ਕ੍ਰੋਨਿਕ ਬਿਮਾਰੀਆਂ ਨਾਲ ਹੋ ਰਹੀਆਂ ਨੇ, ਜੋ ਕਿ ਹੌਲੀ-ਹੌਲੀ ਸਰੀਰਕ ਤਬਦੀਲੀਆਂ ਲਿਆਉਂਦੀਆਂ ਨੇ, ਜਿਨ੍ਹਾਂ ਵਿੱਚ ਸਟ੍ਰੈਸ ਰਿਲੇਟਡ ਸਾਡੀਆਂ ਰੋਜ਼ ਦੀਆਂ ਮੁਸ਼ਕਿਲਾਂ ਹੀ ਇੰਨੀਆਂ ਨੇ ਕਿ ਅਸੀਂ ਤਣਾਅ ਛੱਡਣ ਦਾ ਸਾਨੂੰ ਵਕਤ ਹੀ ਨਹੀਂ ਮਿਲਦਾ। ਸੋ ਉਹ ਕ੍ਰੋਨਿਕ ਡਿਜ਼ੀਜ਼ਸ ਜੋ ਸਾਨੂੰ ਗ੍ਰੈਜੂਅਲੀ ਬੈਠੇ ਰਹਿਣ ਵਾਲਾ ਕੰਮ, ਪੇਟ ਦੇ ਦੁਆਲੇ ਵੱਧਦਾ ਮੋਟਾਪਾ, ਜਾਂ ਕਈ ਵਾਰ ਖਿਮਾ ਕਰਿਓ ਇੱਕ ਦੂਜੇ ਨੂੰ ਵੇਖ ਕੇ ਜ਼ਿਆਦਾ ਸਾੜਾ ਸਾਡੇ ਤੇ ਅਸਰ ਕਰ ਜਾਂਦਾ ਕਿ ਉਹ ਬਹੁਤ ਵਧੀਆ ਹੈ, ਉਹਦਾ ਨਾਮ ਕਿਉਂ ਹੈ। ਯਾਨੀ ਇਹੋ ਜਿਹੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਤੋਂ ਲੈ ਕੇ ਦੂਸਰੇ ਦੀਆਂ ਅਚੀਵਮੈਂਟਸ, ਉਹਨਾਂ ਕੋਲ ਸਮਾਨ ਕੀ ਵੱਧ ਤੋਂ ਲੈ ਕੇ ਕੈਂਸਰ, ਜਾਂ ਸਾਡੇ ਖਾਣ ਪੀਣ ਦੇ ਵਿੱਚ ਵਿਗਾੜ ਸਦਕਾ ਬਹੁਤ ਸਾਰੀਆਂ ਬਿਮਾਰੀਆਂ ਨੇ, ਜਿਵੇਂ ਜ਼ਿਕਰ ਕੀਤਾ ਫੈਟੀ ਲਿਵਰ, ਹੋਰ ਕਈ ਬਿਮਾਰੀਆਂ ਤੋਂ ਇਹ ਹੌਲੀ-ਹੌਲੀ ਜਿਵੇਂ ਸਾਡੇ ਸਰੀਰ ਨੂੰ ਮਾਰ ਰਹੀਆਂ ਨੇ। ਗਿਣਤੀ ਜ਼ਰਾ ਖਿਆਲ ਕਰਿਓ, 71% ਦਾ ਮਤਲਬ ਬਹੁਤ ਵੱਡੀ ਗਿਣਤੀ ਹੈ। ਤੇ ਉਹਦੇ ਵਿੱਚ ਜਿਨ੍ਹਾਂ ਵਿੱਚੋਂ ਖੋਜ ਵਿੱਚ ਹੁਣ ਜੋ ਇਸ ਸਾਰੇ ਨੂੰ ਰੋਕਣ ਲਈ ਕਿ ਸ਼ਾਇਦ ਕਿਸੇ ਦੇ ਉੱਤੇ ਇਹ ਇੰਨੀ ਨਿੱਕੀ ਜਿਹੀ ਚੀਜ਼ ਅਸਰ ਕਰਦੀ ਹੋਏ, ਖੋਜ ਵਿੱਚ ਦੱਸੋ ਕੀ ਲੈ ਕੇ ਜਿਨ੍ਹਾਂ ਨੂੰ ਸ਼ਾਮਲ ਕੀਤਾ ਗਿਆ। ਪਹਿਲੀ ਉਹ ਮਰੀਜ਼ ਸ਼ਾਮਲ ਕੀਤੇ ਗਏ ਜਿਨ੍ਹਾਂ ਤੇ ਸਰੀਰ ਕੀਟਾਣੂਆਂ ਦੇ ਹਮਲੇ ਨਾਲ ਕਾਫੀ ਜ਼ਖਮੀ ਹੋ ਚੁੱਕੇ ਸਨ, ਐਡਵਾਂਸਡ ਐਂਟੀਬਾਇਓਟਿਕਸ ਚੱਲ ਰਹੀਆਂ ਸਨ, ਜਿਨ੍ਹਾਂ ਤੇ ਉਹਨਾਂ ਨੂੰ ਲੱਗਿਆ ਵੀ ਹੁਣ ਕੁਛ ਵੀ ਸਾਡੇ ਕੋਲ ਨਹੀਂ ਬਚਿਆ ਤੇ ਚਲੋ ਕਰਕੇ ਦੇਖਦੇ ਹਾਂ ਜੇ ਕੋਈ ਹੋਰ ਅਸਰ ਕਰਦਾ। ਹੁਣ ਉਹਨਾਂ ਨੂੰ ਕੇਸਿਸ ਨੂੰ ਇਹੋ ਜਿਹੇ ਜਿੱਥੇ ਅਮਰੀਕਨ, ਜਿਵੇਂ ਮੈਂ ਦੱਸਿਆ ਕਿ ਅਕੈਡਮੀ ਵਿੱਚ ਉਹਨਾਂ ਨੇ ਦਿੱਤਾ, ਇਹਨਾਂ ਦੇ ਇਲਾਇਚੀ ਦੇ ਤੱਤਾਂ ਤੋਂ ਬਣੀ ਦਵਾਈ ਦਿੱਤੀ ਗਈ, ਜਿਸ ਨਾਲ ਸਰੀਰ ਅੰਦਰਲੀ ਸੋਜ਼ਿਸ਼ ਇਹਨਾਂ ਦੀ ਘਟੀ ਹੋਈ ਲੱਭੀ। ਸੋ ਤੁਸੀਂ ਸਮਝ ਸਕਦੇ ਹੋ ਕਿ ਇਹ ਨੈਚੁਰਲ ਤਰੀਕੇ ਸਾਡੇ ਅੰਦਰ ਆਪਣਾ, ਇਲਾਇਚੀ ਨੇ ਕੋਈ ਬਾਹਰੋਂ ਜਾਦੂ ਨਹੀਂ ਸੀ ਕਰਨਾ। ਰਤਿਕ ਖਿਆਲ ਕਰਿਓ ਕਿ ਇੰਨੇ ਸਮਿਆਂ ਤੋਂ ਬਿਮਾਰ ਮਰੀਜ਼, ਕੋਈ ਆਪਾਂ ਕਹੀਏ ਅੱਜ ਜਾਦੂ ਟੂਣੇ 'ਚ ਅਸੀਂ ਆਮ ਤੌਰ ਤੇ ਵਿਸ਼ਵਾਸ ਰੱਖਦੇ ਹਾਂ ਕਿ ਕੋਈ ਅੱਜ ਆਵੇ ਸਿਰ ਤੇ ਸਵਾਹ ਧੂੜ ਦਵੇ ਤੇ ਸਵੇਰੇ ਠੀਕ ਹੋ ਜਾਈਏ, ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਵਾਪਰਦੀ। ਇਹਨਾਂ ਸਾਰਿਆਂ ਨੂੰ ਪਹਿਲਾਂ 2 ਦਿਨ ਖਿਆਲ ਕਰਿਓ ਜਿਨ੍ਹਾਂ ਨੂੰ ਇਹ ਇਲਾਇਚੀ ਦਿੱਤੀ ਗਈ ਸੀ, ਬੜੇ ਸਟਰੋਂਗ ਤਰੀਕੇ ਨਾਲ ਸਾਈਕੋਲੋਜਿਸਟਸ ਨੇ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਕੁਛ ਅਜਿਹੀ ਦਵਾਈ ਦੇਣ ਲੱਗੇ ਆ ਜਿਸ ਨਾਲ ਤੁਸੀਂ ਵਾਕਈ ਤੁਹਾਡੇ ਇਹ ਸਰੀਰ ਵਿੱਚੋਂ ਰੋਗ ਨਿਕਲ ਜਾਣਾ, ਤੁਸੀਂ ਠੀਕ ਹੋ ਜਾਣਾ। ਸੋ ਉਹ ਜਿਹੜੀ ਅੰਦਰਲੀ ਢਹਿੰਦੀ ਕਲਾ ਤੁਹਾਡੀ ਨਿਕਲਦੀ ਏ ਤੇ ਨਾਲ ਐਡੀਸ਼ਨਲ ਇਫੈਕਟ ਜੋ ਇਹਦੇ ਵਿੱਚੋਂ ਦਿਸੇ, ਉਹਦੇ ਨਾਲ ਇਹਨਾਂ ਦੀ ਟੁੱਟ-ਫੁੱਟ ਸਰੀਰਾਂ ਦੀ ਘਟੀ। ਉਹੀ ਐਂਟੀਬਾਇਓਟਿਕਸ ਹਨ, ਕੁਝ ਵੀ ਤਬਦੀਲੀ ਨਹੀਂ ਹੋਈ, ਪਰ ਇਹਨਾਂ ਦੇ ਜ਼ਖਮ ਛੇਤੀ ਭਰਨ ਲੱਗੇ, ਇਨਫਲੇਮੇਸ਼ਨ ਘਟੀ। ਸੋ ਤੁਸੀਂ ਸਮਝ ਸਕਦੇ ਹੋ ਕਿ ਪਹਿਲੀ ਚੀਜ਼ ਮੈਂ ਹਮੇਸ਼ਾ ਹਰ ਵਾਰ ਇਹੀ ਜ਼ੋਰ ਪਾਉਂਦੀ ਹਾਂ ਕਿ ਬਾਹਰੋਂ ਕਿਸੇ ਹੋਰ ਨੇ ਸਾਡੀ ਮਦਦ ਨਹੀਂ ਕਰਨਾ, ਸਾਡੇ ਅੰਦਰਲੇ ਨੇ ਸਾਨੂੰ ਮਦਦ ਕਰਨੀ ਹੈ ਬਚਾਉਣ ਲਈ। ਸੋ ਪਹਿਲਾਂ ਆਪ ਖੜੇ ਹੋਈਏ। ਤਾਂ ਹੁਣ ਫਿਰ ਉਸ ਤੋਂ ਬਾਅਦ ਜੋ ਜਰਨਲ ਆਫ ਬਾਇਓਲੋਜੀਕਲ ਐਂਡ ਕੈਮੀਕਲ ਰਿਸਰਚ ਵਿੱਚ ਜੋ ਫਿਰ ਇੱਕ ਹੋਰ ਖੋਜ ਛਪੀ, ਉਹਦੇ ਵਿੱਚ ਇਹ ਲੱਭਿਆ ਗਿਆ ਕਿ ਇਲਾਇਚੀ ਪਿੱਤੇ ਅੰਦਰੋਂ ਸਾਡੇ ਗਾਲ ਬਲੈਡਰ ਚੋਂ ਬਾਈਲ ਰਸ ਵਧਾਉਂਦੀ ਹੈ, ਜਿਸ ਕਾਰਨ ਸਾਡਾ ਹਾਜ਼ਮਾ ਠੀਕ ਹੁੰਦਾ ਜੇ। ਤੇ ਐਂਟੀਆਕਸੀਡੈਂਟਸ ਦੇ ਜਿਵੇਂ ਮੈਂ ਦੱਸ ਹੀ ਚੁੱਕੀ ਹਾਂ ਕਿ ਮਸੂੜੇ ਤਾਂ ਠੀਕ ਕਰਦੇ ਹੀ ਨੇ ਇਹਦੇ ਵਿਚਲੇ ਤੱਤ, ਪਰ ਗਲਾ ਖਰਾਬ, ਖੰਘ, ਜ਼ੁਕਾਮ ਤੇ ਕੀਟਾਣੂਆਂ ਨੂੰ ਮਾਰਨ ਦੀ ਤਾਕਤ ਵੀ ਰੱਖਦੇ ਨੇ। ਸੋ ਜੇ ਗਲਾ ਖਰਾਬ ਹੈ, ਕੋਵਿਡ ਵੀ ਹੋ ਰਿਹਾ ਤਾਂ ਚਾਹ ਤੁਹਾਨੂੰ ਰੋਕਦੀ ਨਹੀਂ, ਉਹ ਵੀ ਇਲਾਇਚੀ ਜ਼ਰੂਰ ਪਾ ਕੇ ਲੈਣੀ ਪੈਣੀ ਹੈ। ਹੁਣ ਇਹਦੇ ਵਿੱਚ ਜੋ ਉੱਲੀ ਦੇ ਖਿਲਾਫ, ਕਿਉਂਕਿ ਬਹੁਤ ਰੌਲਾ ਜੇ ਇੱਥੇ ਬਲੈਕ ਫੰਗਸ, ਮੈਂ ਨਹੀਂ ਕਹਿ ਰਹੀ ਕਿ ਇਲਾਇਚੀ ਨੇ ਜਾਦੂ ਟੋਣਾ ਕਰ ਦੇਣਾ, ਪਰ ਜਿਹੜੀ ਮਾੜੀ ਮੋਟੀ ਫੰਗਸ ਜੋ ਸਕਿਨ ਉੱਤੇ ਜਿਹੜੀ ਦਿਖੀ ਗਈ ਹਲਕੀ ਜਿਹੀ, ਉਹ ਹੋਰ ਦਵਾਈਆਂ ਦਿੱਤੇ ਹੋਏ ਦੇ ਨਾਲ ਜਦੋਂ ਇਲਾਇਚੀ ਦਾ ਦਿੱਤਾ ਗਿਆ
ਤਾਂ ਦੇਖਿਆ ਕਿ ਅਸਰ ਵਧੀਆ ਸੀ। ਯਾਨੀ ਇਹ ਕਲੇਮ ਨਹੀਂ ਕੀਤਾ ਜਾ ਸਕਿਆ ਕਿ ਇਕੱਲੀ ਇਲਾਇਚੀ ਕੁਛ ਬਾਕਮਾਲ ਰੋਲ ਅਦਾ ਕਰੇਗੀ, ਇਹੋ ਜਿਹਾ ਕੁਝ ਵੀ ਨਹੀਂ। ਪਰ ਕਿਉਂਕਿ ਜੇ ਦੋਨਾਂ ਨੂੰ ਇੱਕੋ ਜਿਹੀਆਂ ਦਵਾਈਆਂ ਦੇਣ ਦੇ ਨਾਲ ਐਡੀਸ਼ਨਲ ਸਿਰਫ ਇੱਕੋ ਚੀਜ਼ ਦਿੱਤੀ ਗਈ ਸੀ ਜਿਸ ਨਾਲ ਛੇਤੀ ਫਰਕ ਪਿਆ, ਦਾ ਮਤਲਬ ਹੈ ਕਿ ਕੁਝ ਨਾ ਕੁਝ ਐਂਟੀ ਫੰਗਲ ਜਿਹੜੀ ਆਪਣਾ ਬਾਡੀ ਰਿਐਕਟ ਕਰ ਰਹੀ ਹੁੰਦੀ ਹੈ, ਕੁਝ ਦਵਾਈਆਂ ਅਸਰ ਕਰ ਰਹੀਆਂ ਹੁੰਦੀਆਂ, ਉਹਨਾਂ ਨਾਲ ਵੀ ਇਹਦਾ ਕਾਫੀ ਜ਼ਬਰਦਸਤ ਖੋਜ ਇਹਦੇ ਨਾਲ ਜੋ ਲੱਭੀ ਹੈ ਕਿ ਇਹਦਾ ਅਸਰ ਹੈ। ਹੁਣ ਇੱਕ ਹੋਰ ਜੋ ਪੇਟ ਦਰਦ ਤੇ ਅੰਤੜੀਆਂ ਦੀ ਸੋਜ਼ਿਸ਼ ਵਿੱਚ ਵੀ ਇਹਦਾ ਕਾਫੀ ਫਾਇਦਾ ਦੇਖਿਆ ਗਿਆ ਹੈ, ਜਿਸ ਵਿੱਚ ਜੇ ਖਾਸ ਕਰ ਟੱਟੀਆਂ ਲੱਗੀਆਂ ਹੋਣ ਜਾਂ ਬਦਹਜ਼ਮੀ ਹੋਏ ਜਾਂ ਕੋਈ ਦਵਾਈਆਂ ਤੁਸੀਂ ਲੈ ਰਹੇ ਹੋ ਤਾਂ ਉਹ ਕੁਝ ਦਵਾਈਆਂ ਨਾਲ ਵੀ ਤੁਹਾਨੂੰ ਲੱਗਦਾ ਕਿ ਅੰਦਰ ਸਾੜ ਜਿਹਾ ਪੈ ਰਿਹਾ, ਕੁਝ ਨਹੀਂ ਠੀਕ ਹੋ ਰਿਹਾ, ਉਦੋਂ ਵੀ ਤੁਸੀਂ ਇਲਾਇਚੀ ਉਬਾਲ ਕੇ 2 ਇਲਾਇਚੀਆਂ ਲੈ ਕੇ ਤੇ ਅੱਧੇ ਗਿਲਾਸ ਪਾਣੀ ਕੋਸੇ ਵਿੱਚ, ਜਿਸ 'ਚ ਮੈਂ ਦੱਸ ਚੁੱਕੀ ਹਾਂ ਰੱਤਕ, ਸ਼ਾਇਦ ਥੋੜਾ ਜਿਹਾ ਕਾਲਾ ਲੂਣ ਪਾ ਕੇ ਤੁਸੀਂ ਲੈ ਸਕਦੇ ਹੋ। ਇਹਦੇ ਨਾਲ ਤੁਹਾਨੂੰ ਇਮੀਡੀਏਟਲੀ ਰਿਲੀਫ ਮਿਲ ਸਕਦਾ। ਹੁਣ ਇੱਕ ਹੋਰ ਦੇਖਦੇ ਹਾਂ ਕਿ ਇੱਕ ਹੁੰਦਾ ਜੇ ਸ਼ਰਾਬ ਪੀਣ ਨਾਲ ਤੇ ਇੱਕ ਹੁੰਦਾ ਸ਼ਰਾਬ ਪੀਣ ਤੋਂ ਬਗੈਰ ਵਾਲੇ, ਜੋ ਜਿਨ੍ਹਾਂ ਦੇ ਜਿਗਰ ਵਿੱਚ ਥਿੰਦਾ ਜੰਮ ਗਿਆ ਹੋਏ, ਫੈਟੀ ਲਿਵਰ ਜਿਸ ਨੂੰ ਅਸੀਂ ਕਹਿੰਦੇ ਹਾਂ, ਉਸ ਨੂੰ ਖੋਰਨ ਵਿੱਚ ਜੋ ਰੋਲ 10% ਇੱਕ ਐਕਸਟਰਾ ਦਵਾਈਆਂ ਦੇ ਨਾਲੋਂ ਨਾਲ ਜਦੋਂ ਇਲਾਇਚੀ ਦਿੱਤੀ ਗਈ, ਮੈਂ ਖਾਸ ਤੌਰ ਤੇ ਕਹਿ ਦਿਆਂ ਦਵਾਈਆਂ ਦੇ ਨਾਲ, ਕੱਲੀ ਇਲਾਇਚੀ ਨੇ ਅਸਰ ਨਹੀਂ ਦਿਖਾਇਆ, ਨਾ ਇਹ ਖੋਜ ਹੋਈ ਹੈ। ਸੋ ਜਦੋਂ ਹੋਰ ਦਵਾਈਆਂ ਦੇ ਨਾਲ ਇਲਾਇਚੀ ਵੀ ਦਿੱਤੀ ਗਈ ਜਿਨ੍ਹਾਂ ਨੂੰ, ਉਹਨਾਂ ਵਿੱਚ 10 ਤੋਂ ਲੈ ਕੇ 15% ਐਕਸਟਰਾ ਛੇਤੀ ਉਹਦਾ ਠੀਕ ਹੁੰਦਾ ਅਸਰ ਵੇਖਿਆ ਗਿਆ, ਜੋ ਕਿ ਸਟੇਜ 1 ਤੇ ਖਾਸ ਤੌਰ ਤੇ। ਸੋ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਸੀ, ਹਰ ਰੋਜ਼ 1 ਗ੍ਰਾਮ, ਇਹ ਜੋ ਰਿਸਰਚ ਹੋਈ ਉਹਦੇ ਤੇ ਸਿਰਫ ਮੈਂ ਦੱਸਣ ਲੱਗੀ ਹਾਂ, ਹਰ ਰੋਜ਼ 1 ਗ੍ਰਾਮ ਹਰੀਆਂ ਇਲਾਇਚੀਆਂ ਦਿਨ ਵਿੱਚ 3 ਵਾਰ 3 ਮਹੀਨੇ ਖਵਾਈਆਂ ਗਈਆਂ ਸੀ ਜੀ। ਜੰਮੇ ਹੋਏ ਥਿੰਦੇ ਨੂੰ ਜਿਗਰ ਦੇ ਵਿੱਚ ਜੋ ਖੋਰਨ ਤੇ ਜਿਹੜੀ ਰਿਸਰਚ ਕੀਤੀ ਗਈ ਸੀ ਉਹ ਇੰਨੀਆਂ ਨਾਲ ਸੀ, ਯਾਨੀ 1 ਜਾਂ 2 ਨਾਲ ਨਹੀਂ, 1 ਗ੍ਰਾਮ ਹਰੀਆਂ ਇਲਾਇਚੀਆਂ ਦਿਨ ਵਿੱਚ 3 ਵਾਰ 3 ਮਹੀਨੇ। ਫਿਰ ਜਾ ਕੇ ਦੇਖਿਆ ਗਿਆ ਕਿ ਇਹਦਾ ਜਿਹੜੇ ਦਵਾਈਆਂ ਲੈ ਰਹੇ ਸਨ ਨਾਲੋਂ ਨਾਲ, ਉਹਨਾਂ ਵਿੱਚ ਨਾਲ ਇਲਾਇਚੀਆਂ ਦੇ ਸਦਕਾ ਵੀ ਐਡੀਸ਼ਨਲ ਬੈਨੀਫਿਟ ਦੇਖਣ ਨੂੰ ਮਿਲਿਆ ਕਿ ਉਹਨਾਂ ਦਾ ਥਿੰਦਾ ਛੇਤੀ ਖੁਰਿਆ ਜੀ। ਫਿਰ ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਵਧੇ ਹੋਏ ਉੱਤੇ ਖੋਜ ਅੱਜ ਦੇ ਦਿਨ ਵੀ ਅਜੇ ਜਾਰੀ ਹੈ, ਜਿਸ ਵਿੱਚ ਹੁਣ ਤੱਕ ਦੀਆਂ ਪ੍ਰੀਲਿਮਿਨਰੀ ਰਿਪੋਰਟਸ ਨੇ ਕਿ ਦਵਾਈਆਂ ਦੇ ਨਾਲ ਜੇ ਇਲਾਇਚੀ ਵਾਲਾ ਤੁਸੀਂ ਇਹੀ ਲੈਂਦੇ ਰਹੋ ਤਾਂ ਉਹਦੇ ਨਾਲ ਵਧੇ ਹੋਏ ਬਲੱਡ ਪ੍ਰੈਸ਼ਰ, ਕਿਉਂਕਿ ਉਹਦੇ 'ਚ ਰੋਲ ਹੈ ਥੋੜ੍ਹਾ ਬਹੁਤ ਆਪਣਾ ਸਟ੍ਰੈਸ, ਸੋ ਉਹ ਵੀ ਘਟਾਉਣ ਦੇ ਨਾਲ ਦਵਾਈਆਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਨਹੀਂ ਛੱਡਣੀਆਂ। ਜੇ ਬਲੱਡ ਪ੍ਰੈਸ਼ਰ ਹੈ ਤਾਂ ਦਵਾਈਆਂ ਦੇ ਨਾਲੋਂ ਨਾਲ ਲੈਣ ਨਾਲ ਅਸਰ ਕੁਝ ਬਿਹਤਰ ਦਿਸਿਆ ਜੇ। ਇਹ ਹਾਲੇ ਤੱਕ ਖੋਜ ਜਾਰੀ ਹੈ, ਪ੍ਰੀਲਿਮਿਨਰੀ ਰਿਪੋਰਟਸ ਦੱਸ ਰਹੀਆਂ। ਇਸੇ ਤਰ੍ਹਾਂ ਬ੍ਰੌਂਕਾਈਟਿਸ ਵਿੱਚ ਵੀ ਦਵਾਈਆਂ ਦੇ ਨਾਲੋਂ ਨਾਲ ਜੇ ਇਹ ਲਿਆ ਜਾਵੇ ਤਾਂ ਇਫੈਕਟਿਵਨੈਸ ਡਬਲ ਆਲਮੋਸਟ ਹੋ ਜਾਂਦੀ ਹੈ। ਕਬਜ਼ ਵਿੱਚ ਵੀ ਹੁਣ ਵੈਸੇ ਮੈਂ ਦੱਸ ਦਿਆਂ ਵੀ ਸਾਡੇ ਕੋਲ ਕਫ ਸਿਰਪਸ ਨੇ ਬੇਅੰਤ, ਜਿਨ੍ਹਾਂ ਵਿੱਚ ਇਸ ਖੋਜ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ, ਉਹਦੇ ਵਿੱਚ ਇਲਾਇਚੀ ਨਾਲ ਲਿਖੀ ਹੁੰਦੀ ਜੇ ਕੰਟੈਂਟ। ਸੋ ਇਹਦਾ ਮਤਲਬ ਸਮਝ ਲਓ ਕਿ ਉਹ ਵਾਕਈ ਅਸਰਦਾਰ ਹੈ ਤੇ ਬਿਹਤਰ ਹੈ ਕਿ ਆਪਾਂ ਵੈਸੇ ਹੀ ਜੇ ਖਾ ਲਈਏ ਤਾਂ ਉਹ ਦਵਾਈਆਂ ਨਾਲੋਂ। ਹੁਣ ਆਪਰੇਸ਼ਨ ਤੋਂ ਬਾਅਦ ਜਿਨ੍ਹਾਂ ਨੂੰ ਉਲਟੀਆਂ ਜਾਂ ਦਿਲ ਕੱਚਾ ਹੋ ਰਿਹਾ ਹੋਵੇ, ਜਿਹਦੇ ਵਿੱਚ ਉਹਨਾਂ ਨੂੰ ਖਾਣ ਪੀਣ ਦੀ ਅਜੇ ਮਨਾਹੀ ਹੈ, ਉਹਨਾਂ ਵਿੱਚ ਟਰਾਈ ਕੀਤਾ ਗਿਆ ਕਿ ਇਲਾਇਚੀਆਂ ਦੇ ਬੀਜ ਸਿਰਫ ਮੂੰਹ ਵਿੱਚ ਹੀ ਰੱਖ ਕੇ ਚੱਬਣ ਨਾਲ ਉਹਨਾਂ ਨੇ ਦੇਖਿਆ ਕਿ ਇਹ ਉਲਟੀਆਂ, ਦਿਲ ਕੱਚਾ ਹੋਣਾ ਉਹਨਾਂ ਦਾ ਕਾਫੀ ਘਟ ਗਿਆ। ਭੁੱਖ ਵਧਾਉਣ ਵਾਸਤੇ ਵੀ, ਫਿਰ ਇਰੀਟੇਬਲ ਬਾਵਲ ਸਿੰਡਰੋਮ ਬੜਾ ਪ੍ਰੋਬਲਮ ਕਰਦਾ ਜੇ, ਵਾਰ-ਵਾਰ ਤੁਹਾਨੂੰ ਜਾਣਾ ਪੈਂਦਾ ਗੁਸਲਖਾਨੇ, ਉਹਨਾਂ ਵਿੱਚ ਵੀ ਦਵਾਈਆਂ ਵਿੱਚ ਇਸ ਵੇਲੇ ਇਲਾਇਚੀ ਦਾ ਤੇਲ ਹੀ ਪਾਇਆ ਜਾਣ ਲੱਗ ਗਿਆ, ਜੋ ਅਸਰ ਦਿਖਾ ਰਿਹਾ। ਤਣਾਅ ਨਾਲ ਹੋ ਰਹੇ ਸਿਰ ਪੀੜ ਲਈ ਬਾ ਕਮਾਲ ਰੋਲ ਹੈ। ਮੈਂ ਤਾਂ ਹੀ ਕਿਹਾ ਸੀ ਇਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਯਕੀਨਨ ਤੁਹਾਨੂੰ ਇਹ ਚਾਹ ਪੀਣੀ ਪੈਣੀ ਹੈ। ਤੁਹਾਨੂੰ ਲੱਗਦਾ ਕਿ ਚਾਹ ਨੇ ਠੀਕ ਕਰ ਦਿੱਤਾ, ਪਰ ਅਸਲ ਵਿੱਚ ਜੋ ਸਿਰ ਪੀੜ ਤਣਾਅ ਦੇ ਨਾਲ ਹੋ ਰਹੀ ਹੁੰਦੀ ਹੈ, ਉਹ ਇਲਾਇਚੀਆਂ ਨੇ ਬਾ ਕਮਾਲ ਕੀਤਾ ਹੁੰਦਾ, ਉੱਥੇ ਅਸਰ ਦਿਖਾਉਂਦੀਆਂ ਨੇ। ਸੋ ਇਹ ਤਣਾਅ ਛੰਡਣ ਲਈ ਬਿਹਤਰੀਨ ਨੇ। ਰਤਿਕ ਧਿਆਨ ਕਰੋ, ਇਸੇ ਹੀ ਖੋਜ ਵਿੱਚ ਕੀ ਲਿਖਿਆ ਜੇ ਕਿ ਜੇ 3 ਚਮਚੇ ਪੀਸੀ ਹਰੀ ਇਲਾਇਚੀ ਪਾਊਡਰ ਵਿੱਚ 18 ਕੈਲਰੀਆਂ ਨੇ, 1.6 ਗ੍ਰਾਮ ਫਾਈਬਰ,
ਤੇ ਜਿਹੜਾ ਨਾਲੋਂ ਨਾਲ ਕੈਂਸਰ ਵਿੱਚ ਜਿਵੇਂ ਮੈਂ ਜ਼ਿਕਰ ਕਰ ਰਹੀ ਹਾਂ ਦਿਮਾਗ ਤੇ ਅਸਰ ਪਾਉਂਦਾ 0.6 ਗ੍ਰਾਮ ਪ੍ਰੋਟੀਨ ਵੀ ਹੈ। ਫਿਰ ਉਸ ਤੋਂ ਇਲਾਵਾ ਕੈਲਸ਼ੀਅਮ, ਲੋਹ ਕਣ, ਪੋਟਾਸ਼ੀਅਮ, ਮੈਗਨੀਸ਼ੀਅਮ ਬਥੇਰਾ ਕੁਛ ਭਰਿਆ ਪਿਆ। ਪਰ ਤੁਸੀਂ ਸਮਝ ਸਕਦੇ ਹੋ ਕਿ ਇਹ ਸਾਰੀਆਂ ਚੀਜ਼ਾਂ ਦੇ ਨਾਲੋਂ ਨਾਲ ਇੱਕ ਆਖਰੀ ਜੋ ਰਾਮਬਾਣ ਦੱਸਣ ਲੱਗੀ ਹਾਂ, ਜੋ ਕਿ ਇਸ ਵੇਲੇ ਟਨਾਂ ਦੇ ਹਿਸਾਬ ਨਾਲ ਜੋ ਇਸ ਵੇਲੇ ਸੇਲ ਹੋ ਰਹੀ ਹੈ, ਖਿਆਲ ਕਰਿਓ ਇਹ ਸਿਰਫ ਇਹਨਾਂ ਬਿਮਾਰੀਆਂ ਕਰਕੇ ਨਹੀਂ ਹੈ, ਕਿਉਂਕਿ ਜੋ ਅਸਰ ਇਸ ਵੇਲੇ ਸਰੀਰਕ ਸੰਬੰਧਾਂ ਵਿੱਚ ਰਵਾਨੀ ਲਿਆਉਣ ਲਈ ਇਲਾਇਚੀ ਦੇ ਤੇਲ ਦਾ ਲੱਭਿਆ ਜੇ, ਉਹਦਾ ਕੋਈ ਹੋਰ ਤੋੜ ਹੈ ਹੀ ਨਹੀਂ। ਇਸ ਵੇਲੇ ਜਿੰਨੇ ਵੀ ਤੁਸੀਂ ਕਹਿ ਸਕਦੇ ਹੋ ਕਿ ਰੋਮਾਂਟਿਕ ਥਾਂ ਬਣਾਉਣ ਲਈ ਜਾਂ ਵਧੀਆ ਸਰੀਰਕ ਸੰਬੰਧ ਬਣਾਉਣ ਲਈ, ਭਾਵੇਂ ਉਹ ਤੇਲ ਹੋਣ, ਭਾਵੇਂ ਖੁਸ਼ਬੂਆਂ ਹੋਣ, ਭਾਵੇਂ ਉਹ ਖਾਣ ਦੀ ਚੀਜ਼ ਹੈ ਜਾਂ ਦਵਾਈ ਹੈ ਜਾਂ ਤੇਲ ਨੇ, ਹਰ ਕਿਸੇ ਦੇ ਵਿੱਚ ਇਲਾਇਚੀ ਹੀ ਪਾਈ ਜਾ ਰਹੀ, ਉਹਦਾ ਨਾਮ ਬਦਲ ਕੇ ਹੋਵੇ ਜਾਂ ਜੋ ਵੀ ਮਰਜ਼ੀ ਹੋਵੇ। ਸੋ ਇਹ ਟਨਾਂ ਦੇ ਹਿਸਾਬ ਨਾਲ ਜੋ ਇਹ ਸੇਲ ਹੋ ਰਹੀ ਹੈ, ਸੋ ਕੋਸ਼ਿਸ਼ ਕਰੋ ਕਿ ਤੁਸੀਂ ਘਰ ਹੀ ਆਪਣੇ ਰਿਸ਼ਤੇ ਨਿੱਘੇ ਤੇ ਡੂੰਘੇ ਕਰਨੇ ਹੋਣ। ਇਲਾਇਚੀ ਤੋਂ ਵਧੀਆ ਰਾਮਬਾਣ ਤੁਹਾਨੂੰ ਮਿਲਣਾ ਨਹੀਂ। ਸੋ ਇਹ ਖੋਜਾਂ ਜਿੰਨੀਆਂ ਵੀ ਚੱਲ ਰਹੀਆਂ ਨੇ ਜਾਂ ਹੋ ਚੁੱਕੀਆਂ ਨੇ, ਇਹਨਾਂ ਦੇ ਆਧਾਰ ਉੱਤੇ ਜੇ ਨਿਚੋੜ ਕੱਢਣਾ ਚਾਹੀਏ ਤਾਂ ਇਹੋ ਹੈ ਕਿ ਕੁਦਰਤ ਕਮਾਲ ਹੈ, ਵਾਕਈ ਕਮਾਲ ਹੈ, ਜਿਹਦੇ ਵਿੱਚ ਇੰਨੀਆਂ ਬੇਅੰਤ ਗੁਣਾਂ ਦੇ ਭਰਪੂਰ ਚੀਜ਼ਾਂ ਨੇ ਭਰੀਆਂ ਹੋਈਆਂ, ਪਰ ਸਾਨੂੰ ਇੰਨੇ ਸਾਲਾਂ ਤੋਂ ਵਰਤਦਿਆਂ ਵੀ ਪਤਾ ਹੀ ਹੋਣ ਲੱਗਿਆ ਕਿ ਜੇ ਕਦੇ ਖਿਆਲ ਕਰੋਗੇ ਤੁਹਾਨੂੰ ਅੰਦਾਜ਼ਾ ਹੀ ਨਹੀਂ ਹੋਣਾ, ਫਟਕੜੀ ਵਰਗੀ ਚੀਜ਼ ਜਿਹਦਾ ਅਸੀਂ ਕਦੇ ਖਿਆਲ ਵੀ ਨਹੀਂ ਕੀਤਾ ਕਿ ਉਹਦੇ ਵਿੱਚ ਵੀ ਕੀ ਕਮਾਲ ਹੋਈ ਪਈ ਹੈ। ਜਾਂ ਜੋ ਖਾਣੇ ਅਸੀਂ ਬੇਲੋੜੇ ਖਾ ਜਾਂਦੇ ਹਾਂ, ਉਹ ਸਾਡੇ ਸਰੀਰ ਦੇ ਵੱਖੋ ਵੱਖਰੇ ਅੰਗਾਂ ਤੇ ਕੀ ਕਹਿਰ ਢਾਉਂਦੇ ਨੇ। ਮਿਸਾਲ ਵਜੋਂ ਅੱਖਾਂ ਤੇ ਸ਼ਾਇਦ ਸਾਨੂੰ ਅੰਦਾਜ਼ਾ ਹੀ ਨਹੀਂ ਕਿ ਕੀ ਖਾਣੇ ਜੋ ਰੂਟੀਨ ਵਿੱਚ ਖਾਈ ਜਾਂਦੇ ਹਾਂ, ਉਹਨਾਂ ਵਿੱਚ ਕੀ ਜ਼ਹਿਰ ਅਸੀਂ ਲੰਘਾ ਜਾਂਦੇ ਹਾਂ ਕਿ ਸਾਡੀਆਂ ਅੱਖਾਂ ਜਵਾਬ ਦੇ ਜਾਂਦੀਆਂ ਨੇ। ਡਾਕਟਰ ਸਾਹਿਬ, ਜੇ ਤੁਸੀਂ ਆ ਫਟਕੜੀ ਦੀ ਗੱਲ ਛੇੜੀ ਹੈ ਤੇ ਵੈਸੇ ਤਾਂ ਆਪਾਂ ਚਲੋ ਗੱਲ ਕਰਨੀ ਸੀ, ਪਰ ਇਲਾਚੀ ਦੀ ਗੱਲ ਤੁਸੀਂ ਕਾਫੀ ਲੰਮੀ ਕਰਤੀ। ਮੈਂ ਚਾਹੁੰਦਾ ਆਪਾਂ ਉਹ ਜਿਹੜੀ ਫਟਕੜੀ ਦੀ ਗੱਲ ਹੈ ਜੀ ਜ਼ਰੂਰ ਕਰ ਲਈਏ, 5 ਮਿੰਟ ਹੈਗੇ ਆਪਣੇ ਕੋਲੇ। ਜੀ ਬਿਲਕੁਲ। ਦੇਖੋ, ਖਿਮਾ ਕਰਿਓ ਜੇ ਥੋੜਾ ਲੰਬਾ ਖਿੱਚ ਗਿਆ, ਪਰ ਇਲਾਇਚੀ ਦੀ ਮੈਨੂੰ ਦੱਸਣ ਲਈ ਇਸ ਕਰਕੇ ਵੀ ਜ਼ਰੂਰੀ ਸੀ ਕਿ ਇਹ ਅਸੀਂ ਸ਼ਾਇਦ ਇੰਨੀ ਕੀਮਤੀ ਸਮਝੀ ਨਹੀਂ ਸੀ। ਪਰ ਫਟਕੜੀ ਜੋ ਗੱਲ ਕਰ ਰਹੇ ਹਾਂ ਉਹਦੇ ਤਾਂ ਇਸ ਵੇਲੇ ਕੋਵਿਡ ਦੌਰਾਨ ਉਹਦੇ ਗਰਾਰਿਆਂ ਤੋਂ ਇਹ ਗੱਲ ਦਰਅਸਲ ਲੋਕਾਂ ਦੀ ਨਜ਼ਰੀ ਪਈ। ਮੈਂ ਇਸ ਕਰਕੇ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਕੋਵਿਡ ਡਿਊਟੀਆਂ ਦੇ ਦੌਰਾਨ ਮੇਰਾ ਖਿਆਲ ਹੈ ਹਰ ਚੌਥਾ ਜਾਂ ਪੰਜਵਾਂ ਬੰਦਾ ਜ਼ਰੂਰ ਫਟਕੜੀ ਦੇ ਗਰਾਰੇ ਕਰਦਾ ਆਉਂਦਾ ਜੇ। ਤੇ ਅਸੀਂ ਵੇਖਿਆ ਕਿ ਜਿਹੜੇ ਫਟਕੜੀ ਵਰਤ ਰਹੇ ਸਨ ਉਹਨਾਂ ਵਿੱਚ ਸਗੋਂ ਛੇਤੀ ਰਿਕਵਰੀ ਵਾਲੇ ਪਾਸੇ ਕੁਝ ਗਏ। ਮੈਂ ਇਹ ਬਹੁਤ ਥੋੜ੍ਹੇ ਲੋਕਾਂ 'ਤੇ ਹੈ, ਸੋ ਇਹ ਖੋਜ ਦਾ ਕੋਈ ਪਲੀਜ਼ 100% ਕੇਸਾਂ 'ਤੇ ਨਾ ਲਾਗੂ ਕਰ ਲਿਓ। ਸਿਰਫ ਮੈਂ ਜ਼ਿਕਰ ਦੱਸ ਰਹੀ ਹਾਂ ਕਿ ਆਖਰ ਕਿਉਂ ਤੇ ਕਿਵੇਂ ਇਹ ਅਸਰ ਹੋਇਆ। ਪੁਰਾਣੇ ਸਮਿਆਂ ਵਿੱਚ ਵੀ ਜਦੋਂ ਪੀਣ ਵਾਲਾ ਪਾਣੀ ਸਾਫ਼ ਕਰਨ ਲਈ, ਕਿਉਂਕਿ ਐਡੀਆਂ ਐਡਵਾਂਸਡ ਮਸ਼ੀਨਾਂ ਨਹੀਂ ਸੀ, ਤਾਂ ਉਦੋਂ ਵੀ ਫਟਕੜੀ ਘੋਲ ਕੇ ਉਹਦੇ ਹੇਠਾਂ ਗੰਦਗੀ ਜੋ ਜਮ੍ਹਾਂ ਹੋ ਜਾਂਦੀ ਸੀ ਉਹ ਕੱਢ ਕੇ ਤੇ ਫਿਰ ਇਹ ਪਾਣੀ ਪੀਣ ਲਈ ਉਹਨੂੰ ਉਬਾਲ ਲਿਆ ਜਾਂਦਾ ਸੀ, ਵਰਤ ਲਿਆ ਜਾਂਦਾ ਸੀ। ਪੁਰਾਣੇ ਸਮਿਆਂ ਤੋਂ ਇਹ ਚੱਲਦਾ ਰਿਹਾ ਹੈ। ਸਾਡੇ ਘਰਾਂ 'ਚ ਵੀ ਪੁਰਾਣੇ, ਮੈਨੂੰ ਪਤਾ ਹੈ ਮੇਰੀਆਂ ਦਾਦੀਆਂ ਨਾਨੀਆਂ ਇਹੀ ਉਦੋਂ ਵਰਤਦੀਆਂ ਸੀ ਕਿ ਖਰਾਬ ਪਾਣੀ ਵੀ ਫਟਕੜੀ ਨਾਲ ਸਾਫ਼ ਹੋ ਜਾਂਦਾ। ਸੋ ਇਸੇ ਲਈ ਇੱਕ ਚੀਜ਼ ਤਾਂ ਸਪਸ਼ਟ ਹੈ ਕਿ ਇਹ ਕਾਫੀ ਅਸਰਦਾਰ ਹੈ। ਉਹਦੇ ਵਿੱਚ ਵੀ ਜਦੋਂ ਅਸੀਂ ਗਲਾ ਪੱਕਣ ਦੀ ਗੱਲ ਹੋਏ ਜਾਂ ਮਸੂੜਿਆਂ ਦੀ, ਕਿਉਂਕਿ ਪੁਰਾਣੇ ਸਮਿਆਂ ਵਿੱਚ ਵੀ ਜਿੱਦਾਂ ਖੂਨ ਵਗਦਾ ਹੁੰਦਾ ਸੀ ਮਸੂੜਿਆਂ ਵਿੱਚ, ਤਾਂ ਜੇ ਤੁਹਾਨੂੰ ਵੀ ਚੇਤੇ ਹੋਏ ਤਾਂ ਦਾਦੀਆਂ ਨਾਨੀਆਂ ਦੇ ਨੁਸਖੇ ਹੁੰਦੇ ਸੀ ਕਿ ਇਹਨਾਂ ਨੂੰ ਚੂਲੀਆਂ ਕਰਵਾ ਦਿਓ ਤੇ ਉਹ ਇਮੀਡੀਏਟਲੀ ਇਨਸਟੈਂਟ ਇਫੈਕਟ ਸੀ, ਜਿੰਨਾ ਟੀਕੇ ਨੇ ਵੀ ਨਹੀਂ ਅਸਰ ਕਰਨਾ, ਕਿ ਮਸੂੜਿਆਂ 'ਚੋਂ ਨਿਕਲਦਾ ਲਹੂ ਇਮੀਡੀਏਟਲੀ ਬੰਦ ਹੋ ਜਾਂਦਾ ਸੀ। ਸੋ ਇੰਨੀ ਕਮਾਲ ਦੀ ਇਹ ਚੀਜ਼ ਸੀ ਕਿ ਜਿਹਦੇ ਉੱਤੇ ਇਹਦੇ 'ਤੇ ਵੀ ਉਨੀ ਰਿਸਰਚ ਹੋਈ ਹੈ ਜਿੰਨੀ ਇਲਾਇਚੀ ਉੱਤੇ। ਤੇ ਮੇਰਾ ਖਿਆਲ ਹੈ ਜਦੋਂ ਆਪਾਂ ਦੱਸਾਂਗੇ ਨਾ ਕਿ ਅਣਚਾਹੇ ਵਾਲਾਂ 'ਤੇ ਜਾਂ ਕਿੱਲ ਮੁਹਾਂਸਿਆਂ ਲਈ ਜਾਂ ਚਿਹਰੇ 'ਤੇ ਦਾਗ ਵਾਸਤੇ ਕਿਵੇਂ ਇਹ ਕਮਾਲ ਦੇ ਅਸਰ ਵਿਖਾਉਂਦੀ ਹੈ, ਤੇ ਫਿਰ ਡੋਜ਼ ਕਿੰਨੀ ਲੈਣੀ ਹੁੰਦੀ ਹੈ, ਤੇ ਫਿਰ ਸ਼ੇਵ ਜਦੋਂ ਕਰਦੇ ਸਾਰੇ ਲੋਕ ਸ਼ਾਇਦ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿ ਉਸ ਤੋਂ ਬਾਅਦ ਜੋ ਓਇੰਟਮੈਂਟ ਲਾ ਲੈਂਦੇ ਨੇ ਉਹ ਫਟਕੜੀ ਹੁੰਦੀ ਜੇ, ਜਿਹਦੇ ਵਿੱਚ ਉਹ ਜ਼ਖਮ ਵੀ ਛੇਤੀ ਭਰ ਦਿੰਦੀ ਹੈ ਤੇ ਬਲੀਡਿੰਗ ਹੁੰਦੀ ਵੀ ਤੁਰੰਤ ਉਸੇ ਵੇਲੇ ਬੰਦ ਹੋ ਜਾਂਦੀ ਹੈ। ਤਾਂ ਕਿਉਂ ਨਾ ਬਰੀਕ ਜੀ ਫੁੱਲ ਫਟਕੜੀ ਲੈ ਕੇ
ਤੇ ਥੋੜਾ ਜਿਹਾ ਪਾਣੀ ਲਾ ਕੇ ਇਸੇ ਤਰ੍ਹਾਂ ਹੀ ਸ਼ੇਵ ਤੋਂ ਬਾਅਦ ਵੀ ਜੇ ਤੁਸੀਂ ਲਾਉਂਦੇ ਹੋ ਤਾਂ ਉਹ ਇਮੀਡੀਏਟਲੀ ਬਲੀਡਿੰਗ ਰੋਕ ਸਕਦੀ ਹੈ। ਉਸੇ ਤਰ੍ਹਾਂ ਮਸੂੜਿਆਂ ਅੰਦਰ ਸੋਜ਼ਿਸ਼ ਜਾਂ ਪੀਕ ਲਈ ਵੀ ਉਹੀ ਕੁਝ ਤੁਸੀਂ ਚੂਲੀਆਂ ਰਾਹੀਂ ਆਪਣੇ ਮੂੰਹ ਦੇ ਵਿੱਚ ਇਸੇ ਤਰ੍ਹਾਂ ਫੁੱਲ ਫਟਕੜੀ ਕਰਕੇ ਤੇ ਉਹਨੂੰ ਜਦੋਂ ਫੁੱਲ ਦਾ ਮਤਲਬ ਹੈ ਤੁਸੀਂ ਤਵੇ ਤੇ ਰੱਖੋਗੇ, ਉਹ ਗਰਮ ਦੇ ਨਾਲ ਉਹ ਫੁੱਲ ਜਿਹੀ ਜਾਂਦੀ ਹੈ, ਪਾਊਡਰ ਬਣ ਜਾਂਦਾ ਬਰੀਕ। ਸੋ ਉਹੀ ਚੁੰਡੀ ਪਾਊਡਰ ਅੱਧੇ ਗਿਲਾਸ ਪਾਣੀ ਦੇ ਵਿੱਚ ਮਿਕਸ ਕਰਕੇ ਚੂਲੀਆਂ ਵੀ ਕੀਤੀਆਂ ਜਾ ਸਕਦੀਆਂ ਤੇ ਗਰਮ ਪਾਣੀ 'ਚ ਉਹੀ ਮਿਕਸ ਕਰਕੇ ਗਰਾਰੇ ਵੀ ਕੀਤੇ ਜਾ ਸਕਦੇ ਨੇ। ਸਕਰਬ ਜਿੰਨੇ ਵੀ ਚਮੜੀ ਲਈ ਬਣੇ ਨੇ ਉਹਨਾਂ ਉੱਤੇ ਵੀ ਤੁਸੀਂ ਦੇਖੋਗੇ ਜਿੰਨੇ ਵੀ ਇਸ ਵੇਲੇ ਚਿਹਰੇ ਦੀ ਰੌਣਕ ਬਰਕਰਾਰ ਰੱਖਣ ਲਈ ਜਾਂ ਡੈਡ ਸੈੱਲ ਕੱਢਣ ਲਈ ਹਰ ਇੱਕ ਸਕਰਬ ਵਿੱਚ ਵੀ ਲਗਭਗ 90% ਵਿੱਚ ਫਟਕੜੀ ਹੀ ਪਾਈ ਜਾਂਦੀ ਹੈ, ਜੋ ਕਿ ਨਾ ਸਿਰਫ ਕੀਟਾਣੂ ਮਾਰਦੀ ਹੈ ਬਲਕਿ ਐਂਟੀ ਫੰਗਲ, ਐਂਟੀ ਵਾਇਰਲ, ਐਂਟੀ ਬੈਕਟੀਰੀਅਲ ਹਰ ਤਰ੍ਹਾਂ ਦੇ ਇਹਦੇ ਇਫੈਕਟਸ ਆ ਚੁੱਕੇ ਨੇ। ਇੱਥੋਂ ਤੱਕ ਕਿ ਅਣਚਾਹੇ ਵਾਲ ਜੋ ਕਈ ਬੇਟੀਆਂ ਜਾਂ ਕੋਈ ਹੋਰ ਕਿਸੇ ਨੇ ਜੋ ਕਰਨਾ ਚਾਹਣ ਰਿਮੂਵ, ਉਹ ਵੀ ਗਰਮ ਪਾਣੀ ਵਿੱਚ, ਉਹ ਵੀ ਢੰਗ ਜਾਂ ਤਰੀਕਾ ਜੇ ਆਪਾਂ ਕੋਲ ਅੱਜ ਸਮਾਂ ਤਾਂ ਉਹ ਨੁਸਖੇ ਬੜੇ ਕਮਾਲ ਦੇ ਨੇ। ਜਾਂ ਆਪਾਂ ਨੈਕਸਟ ਪ੍ਰੋਗਰਾਮ ਵਿੱਚ ਬਾਕੀ ਹੋਰ ਚੀਜ਼ਾਂ ਦੱਸਾਂਗੇ, ਕਈ ਜਾਣਕਾਰੀ ਭਰਪੂਰ, ਤਾਂ ਉਹਦੇ ਨਾਲ ਇਹਦੇ ਪੂਰੇ ਨੁਸਖੇ ਦੱਸ ਸਕਾਂਗੇ, ਕਿਉਂਕਿ ਇਹ ਨੁਸਖੇ ਤੋਂ ਬਗੈਰ ਵਰਤਨ ਵਿੱਚ ਨੁਕਸਾਨ ਵੀ ਤਗੜਾ ਕਰ ਜਾਂਦੀ ਹੈ। ਸੋ ਇਹਦਾ ਪੂਰਾ ਹਰ ਇੱਕ ਚੀਜ਼ ਲਈ, ਯਾਨੀ ਕਿਉਂਕਿ ਇਹ ਅੱਜ ਕੱਲ੍ਹ ਜੇ ਬੇਕਰੀ ਦੇ ਖਾਣੇ ਦੇਖੋਗੇ ਹਰ ਇੱਕ ਚੀਜ਼ 'ਚ ਤਾਂ ਇਹ ਪੈਂਦੀ ਹੈ, ਪਰ ਇਹਦੀ ਮਸੂੜਿਆਂ ਦੀ ਦਰਦ ਤੋਂ ਇਲਾਵਾ ਨੱਕ 'ਚੋਂ ਲਹੂ ਵਗਦਾ ਹੋਏ, ਅੱਡੀਆਂ ਫਟੀਆਂ ਹੋਣ ਜਾਂ ਨੱਕ 'ਤੇ ਬਲੈਕ ਹੈਡਸ ਹੋਣ ਜਾਂ ਚਮੜੀ 'ਤੇ ਦਾਗ ਅਲੱਗ-ਅਲੱਗ ਥਾਵਾਂ 'ਤੇ ਹੋਣੇ, ਸਾਰਿਆਂ ਦਾ ਇੱਕ ਢੰਗ, ਤਰੀਕਾ, ਨੁਸਖੇ ਨੇ। ਮੇਰਾ ਖਿਆਲ ਹੈ ਜੇ ਆਪਾਂ ਡਿਟੇਲ ਵਿੱਚ ਜੇ ਸਮਾਂ ਘੱਟ ਹੈ ਤੇ ਅਗਲੀ ਵਾਰ ਆਪਾਂ ਕਰੀਏ ਤਾਂ ਕਿ ਉਹਨਾਂ ਨੂੰ ਇੱਕ ਇੱਕ ਨੁਸਖਾ ਅਸਰਦਾਰ ਹੋਵੇ, ਕਿਉਂਕਿ ਬੇਲੋੜੀ ਇਹ ਜਿੱਥੇ ਦਾਗ ਸਾਫ਼ ਕਰਨ ਦੀ ਥਾਂ ਦਾਗ ਪਾ ਵੀ ਸਕਦੀ ਹੈ। ਸੋ ਹਿਸਾਬ ਨਾਲ ਲਾਈਏ ਤਾਂ ਮੈਨੂੰ ਲੱਗਦਾ ਹੈ ਕਿ 90% ਰੋਗ ਤਾਂ ਅਸੀਂ ਜ਼ਰੂਰ ਇਹਦੇ ਨਾਲ ਠੀਕ ਕਰ ਸਕਾਂਗੇ। ਜੀ ਡਾਕਟਰ ਸਾਹਿਬ, ਤੁਸੀਂ ਬੜੀ ਡਿਟੇਲ ਦੇ ਵਿੱਚ ਅੱਜ ਖਾਸ ਕਰਕੇ ਨਿੱਕੀ ਇਲਾਚੀ ਦੇ ਉੱਪਰ ਹੋਈਆਂ ਖੋਜਾਂ ਬਾਰੇ ਸਮਝਾਇਆ ਜੀ, ਐਂਡ ਉਹ ਸਿਹਤ ਦੇ ਲਈ ਕਿੰਨੀ ਲਾਹੇਵੰਦ ਹੈ ਉਹ ਦੱਸਿਆ, ਤੇ ਤੁਹਾਡਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਜੀ ਬਹੁਤ ਮਿਹਰਬਾਨੀ। ਸੋ ਇਹ ਸਨ ਜੀ ਡਾਕਟਰ ਹਰਸ਼ਿੰਦਰ ਕੌਰ, ਤੇ ਇਸ ਪ੍ਰੋਗਰਾਮ ਪ੍ਰਾਈਮ ਹੈਲਥ ਦਾ ਸਮਾਂ ਫਿਲਹਾਲ ਇੱਥੇ ਹੀ ਸਮਾਪਤ ਹੋ ਰਿਹਾ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਆਪਾਂ ਹੋਰ ਸਿਹਤ ਸੰਬੰਧੀ ਚੀਜ਼ਾਂ ਜਿਹੜੀਆਂ ਨੇ ਜਾਂ ਜਿਹੜੀਆਂ ਹੋਰ ਚੀਜ਼ਾਂ ਨੇ ਜਿਨ੍ਹਾਂ ਦੀ ਆਪਾਂ ਵਰਤੋਂ ਕਰ ਸਕਦੇ ਹਾਂ ਉਹਨਾਂ ਦਾ ਜ਼ਿਕਰ ਕਰਾਂਗੇ। ਫਿਲਹਾਲ ਦਿਓ ਗੁਰਪ੍ਰੀਤ ਸੰਧਾਵਾਲੀਆ ਨੂੰ ਇਜਾਜ਼ਤ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।